बने रहो, उसकी दया दे विच बने रहो। सो बेसिकली हुण जिसले असीं 7वें चैप्टर दे विच भी जाना ते इहो ही गल्लां उसने 7वें चैप्टर दे विच सानूं दोहराइयां। सो दोहराणियां नहीं, लेकिन उन्हां दे विच असीं देखना कि होर बरकत उहदे विच छुपी है। सो आओ व्यवस्था सार दा 7वां पाठ देखिए। सारा पढ़ना पास्टर जी? नहीं जी, सिर्फ 11 आयतां पहला पढ़नियां। ओके जी। प्रभु दे अपने लोग, प्रभु तुहाडा परमेश्वर तुहानू उस धरती ते लै जावेगा जिस ते तुसी कब्जा करन वाले हो। ਉਹ ਤੁਹਾਡੇ ਅੱਗਿਓਂ ਬਹੁਤ ਸਾਰੀਆਂ ਕੌਮਾਂ ਨੂੰ ਅਰਥਾਤ ਇਹਨਾਂ 7 ਕੌਮਾਂ ਨੂੰ ਹਿੱਤੀ, ਗਿਰਗਾਸੀ, ਅਮੋਰੀ, ਕਨਾਨੀ, ਫਰਿੱਜੀ, ਹੀਵੀ ਅਤੇ ਜਬੂਸੀ ਖਦੇੜ ਦੇਵੇਗਾ। ਇਹ ਸਭ ਕੌਮਾਂ ਤੁਹਾਡੇ ਨਾਲੋਂ ਗਿਣਤੀ ਵਿੱਚ ਅਧਿਕ ਅਤੇ ਸ਼ਕਤੀਸ਼ਾਲੀ ਹਨ। ਜਦੋਂ ਪ੍ਰਭੂ ਤੁਹਾਡਾ ਪਰਮੇਸ਼ਵਰ ਉਹਨਾਂ ਕੌਮਾਂ ਨੂੰ ਤੁਹਾਡੇ ਹੱਥੀਂ ਸੌਂਪ ਦੇਵੇ, ਤੁਸੀਂ ਉਹਨਾਂ ਨੂੰ ਹਰਾ ਕੇ ਪੂਰੀ ਤਰ੍ਹਾਂ ਨਾਲ ਨਾਸ਼ ਕਰ ਦੇਣਾ। ਤੁਸੀਂ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਨੇਮ ਨਾ ਕਰਨਾ ਅਤੇ ਨਾ ਹੀ ਉਹਨਾਂ ਤੇ ਦਇਆ ਕਰਨਾ। ਤੁਸੀਂ ਉਹਨਾਂ ਦੇ ਨਾਲ ਵਿਆਹ ਸ਼ਾਦੀ ਦੇ ਸੰਬੰਧ ਨਾ ਰੱਖਣਾ, ਅਰਥਾਤ ਨਾ ਆਪਣੀ ਧੀ ਉਹਨਾਂ ਦੇ ਪੁੱਤਰ ਨੂੰ ਦੇਣਾ ਅਤੇ ਨਾ ਹੀ ਉਹਨਾਂ ਦੀ ਧੀ ਆਪਣੇ ਪੁੱਤਰ ਲਈ ਲੈਣਾ। ਨਹੀਂ ਤਾਂ ਉਹ ਤੁਹਾਡੇ ਪੁੱਤਰਾਂ ਨੂੰ ਪ੍ਰਭੂ ਦੇ ਪਿੱਛੇ ਚੱਲਣੋਂ ਹਟਾ ਦੇਣਗੇ ਕਿ ਉਹ ਦੂਜੇ ਦੇਵਤਿਆਂ ਦੇ ਪਿੱਛੇ ਚੱਲਣ। ਇਹ ਹੋਣ ਤੇ ਪ੍ਰਭੂ ਦਾ ਕ੍ਰੋਧ ਤੁਹਾਡੇ ਵਿਰੁੱਧ ਭੜਕ ਉੱਠੇਗਾ ਅਤੇ ਤੁਹਾਨੂੰ ਤੁਰੰਤ ਨਾਸ਼ ਕਰ ਦੇਵੇਗਾ। ਸਗੋਂ ਤੁਸੀਂ ਉਹਨਾਂ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਨਾ, ਉਹਨਾਂ ਦੀਆਂ ਚੜਾਵੇ ਵਾਲੀਆਂ ਵੇਦੀਆਂ ਢਾ ਦੇਣਾ, ਉਹਨਾਂ ਦੇ ਪਵਿੱਤਰ ਮੰਨੇ ਜਾਣ ਵਾਲੇ ਥੰਮ ਤੋੜ ਦੇਣਾ, ਉਹਨਾਂ ਦੇ ਪਵਿੱਤਰ ਮੰਨੇ ਜਾਣ ਵਾਲੇ ਰੁੱਖ ਕੱਟ ਸੁੱਟਣਾ ਅਤੇ ਉਹਨਾਂ ਦੀਆਂ ਉਕਰੀਆਂ ਪ੍ਰਤਿਮਾਵਾਂ ਨੂੰ ਸਾੜ ਕੇ ਸਵਾਹ ਕਰ ਦੇਣਾ। ਕਿਉਂਕਿ ਤੁਸੀਂ ਪ੍ਰਭੂ ਆਪਣੇ ਪਰਮੇਸ਼ਵਰ ਦੇ ਲਈ ਪਵਿੱਤਰ ਲੋਕ ਹੋ। ਪ੍ਰਭੂ ਤੁਹਾਡੇ ਪਰਮੇਸ਼ਵਰ ਨੇ ਸਾਰੀ ਧਰਤੀ ਦੇ ਲੋਕਾਂ ਵਿੱਚੋਂ ਆਪਣੀ ਮਲਕੀਅਤ ਦੇ ਲੋਕ ਹੋਣ ਦੇ ਲਈ ਚੁਣਿਆ ਹੈ। ਪ੍ਰਭੂ ਦੇ ਤੁਹਾਡੇ ਨਾਲ ਇਸ ਪ੍ਰੇਮ ਬੰਧਨ ਅਤੇ ਇਸ ਚੋਣ ਦਾ ਕਾਰਨ ਤੁਹਾਡੀ ਹੋਰਨਾਂ ਕੌਮਾਂ ਦੇ ਟਾਕਰੇ ਵਿੱਚ ਅਧਿਕ ਗਿਣਤੀ ਨਹੀਂ ਸੀ, ਕਿਉਂਕਿ ਤੁਸੀਂ ਤਾਂ ਇਸ ਪੱਖੋਂ ਸਭ ਤੋਂ ਘੱਟ ਹੋ। ਸਗੋਂ ਇਹ ਪ੍ਰਭੂ ਨੇ ਕੇਵਲ ਇਸ ਲਈ ਕੀਤਾ ਹੈ ਕਿਉਂਕਿ ਉਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਉਹ ਆਪਣੇ ਪੁਰਖਿਆਂ ਨਾਲ ਚੁੱਕੀ ਸਹੁੰ ਨੂੰ ਪੂਰਾ ਕਰ ਰਿਹਾ ਹੈ। ਇਸ ਲਈ ਹੀ ਉਸਨੇ ਤੁਹਾਨੂੰ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਗੁਲਾਮੀ ਦੇ ਘਰ ਵਿੱਚੋਂ ਬਾਹਰ ਕੱਢ ਲਿਆਇਆ, ਅਰਥਾਤ ਤੁਹਾਨੂੰ ਮਿਸਰ ਦੇ ਰਾਜਾ ਫਿਰਾਉਨ ਦੇ ਹੱਥੋਂ ਛੁਟਕਾਰਾ ਦਿੱਤਾ। ਇਸ ਲਈ ਤੁਸੀਂ ਇਹ ਯਾਦ ਰੱਖੋ ਕਿ ਪ੍ਰਭੂ ਤੁਹਾਡਾ ਪਰਮੇਸ਼ਵਰ ਹੀ ਕੇਵਲ ਪਰਮੇਸ਼ਵਰ ਹੈ, ਜੋ ਵਿਸ਼ਵਾਸ ਕਰਨ ਦੇ ਯੋਗ ਪਰਮੇਸ਼ਵਰ ਹੈ। ਉਹੀ ਹੈ ਜੋ ਆਪਣੇ ਕੀਤੇ ਨੇਮ ਦੀ ਪਾਲਣਾ ਕਰਦਾ ਹੈ ਅਤੇ ਉਹਨਾਂ ਸਭ ਤੇ ਦਇਆ ਹਜ਼ਾਰਾਂ ਪੀੜ੍ਹੀਆਂ ਤੱਕ ਕਰਦਾ ਹੈ ਜੋ ਉਸਨੂੰ ਪਿਆਰ ਕਰਦੇ ਹਨ ਤੇ ਉਸਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਪਰ ਉਹਨਾਂ ਸਭ ਨੂੰ ਜੋ ਉਸਨੂੰ ਘਿਰਨਾ ਕਰਦੇ ਹਨ ਨਾਸ਼ ਕਰਕੇ ਉਹਨਾਂ ਨੂੰ ਬਦਲਾ ਦਿੰਦਾ ਹੈ। ਜੋ ਉਸਨੂੰ ਘਿਰਨਾ ਕਰਦੇ ਹਨ ਉਹਨਾਂ ਤੋਂ ਬਦਲਾ ਲੈਣ ਵਿੱਚ ਉਹ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਕਰਦਾ ਹੈ। ਇਸ ਲਈ ਤੁਸੀਂ ਸੁਚੇਤ ਰਹਿ ਕੇ ਉਹਨਾਂ ਸਭ ਹੁਕਮਾਂ, ਵਿਧੀਆਂ ਅਤੇ ਵਿਧਾਨ ਦੀ ਪਾਲਣਾ ਕਰਨਾ ਜਿਨ੍ਹਾਂ ਬਾਰੇ ਅੱਜ ਮੈਂ ਤੁਹਾਨੂੰ ਆਗਿਆ ਦਿੱਤੀ ਹੈ। ਇੱਥੇ ਇੱਕ ਸਭ ਤੋਂ ਵੱਡੀ ਜਿਹੜੀ ਬਰਕਤ ਸਾਡੇ ਲਈ ਛੁਪੀ, ਕਿਉਂਕਿ ਇਦਾਂ ਦੇ ਹਿੱਸੇ ਅਸੀਂ ਹੁਣ ਬਾਰ-ਬਾਰ ਪੜ੍ਹਦੇ ਹਾਂ, ਬਾਰ-ਬਾਰ ਚੀਜ਼ਾਂ, ਜਿਹੜੀ ਸਭ ਤੋਂ ਵੱਡੀ ਬਰਕਤ ਇੱਥੇ ਛੁਪੀ ਹੋਆ, ਇੱਥੇ ਉਸਨੇ ਗਿਣਤੀ ਦੱਸੀ ਕਿ ਇਹ ਹਿੱਤੀ, ਫਰਿੱਜੀ, ਹਿੱਬੀ, ਯਬੂਸੀ ਜਿੰਨੇ ਵੀ ਲੋਕ ਕਨਾਨ ਦੀ ਧਰਤੀ ਤੇ ਬਸੇ ਹੋ, ਇਨਕਲੂਡਿੰਗ ਅਮੋਰੀ ਵੀ ਜਿਹੜੇ ਉਧਰ ਥੋੜੇ ਜਿਹੇ ਬਸੇ ਹੋ, ਜਿਹੜੇ ਇਧਰਲੇ ਅਮੋਰੀ ਸੀਗੇ ਉਹ ਉਹਨਾਂ ਦੀ ਧਰਤੀ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਔਰ ਉੱਥੇ 2.5 ਕਬੀਲੇ ਬੈਠ ਗਏ। ਲੇਕਿਨ ਜਿਹੜੇ ਦੂਜੇ ਪਾਸੇ ਦੇ ਅਮੋਰੀ, ਉਹਨਾਂ ਦੀ ਸਾਰੀ ਧਰਤੀ ਦੇ ਉੱਤੇ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਹੱਕ ਦਊਂਗਾ, ਮੈਂ ਤੁਹਾਨੂੰ ਉਹ ਧਰਤੀ ਜਿੱਤ ਕੇ ਦਊਂਗਾ। ਪਰ 2 ਚੀਜ਼ਾਂ ਕਰ, ਤੁਸੀਂ ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਜਿਉਂਦਾ ਨਹੀਂ ਰੱਖਦੇ। Now that is a very tough. ਤੁਸੀਂ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਨਹੀਂ ਬਣਨਾ, ਤੁਸੀਂ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਸ਼ਾਦੀ ਵਿਆਹ ਨਹੀਂ ਕਰਨੀ, ਤੁਸੀਂ ਉਹਨਾਂ ਦੇ ਕਿਸੇ ਵੀ ਧਰਮ, ਜਿਹੜਾ ਉਹਨਾਂ ਨੇ ਧਾਰਮਿਕ ਸਥਾਨ ਉੱਥੇ ਬਣਾਏ ਹੋ, ਉਸਨੂੰ ਉਹਨਾਂ ਨੂੰ ਕਿਸੇ ਨੂੰ ਰਹਿਣ ਨਹੀਂ ਦੇਣਾ। ਉਹਨਾਂ ਦੇ ਪਵਿੱਤਰ ਰੁੱਖ ਜਿਹੜੇ ਉਹ ਬੀਜਦੇ ਸੀ, ਉਹ ਉਹਨਾਂ ਦੇ ਕਿਸੇ ਵੀ ਪਵਿੱਤਰ ਰੁੱਖ ਨੂੰ ਉੱਥੇ ਨਹੀਂ ਰਹਿਣ ਦੇਣਾ। ਕਿਉਂ ਪ੍ਰਭੂ ਨੇ ਇੰਨੀਆਂ ਦਿੱਤੀਆਂ? ਇੱਥੇ ਜਿਹੜੀ ਜਿਸ ਚੀਜ਼ ਦੇ ਲਈ ਅਸੀਂ ਹਮੇਸ਼ਾ ਦੇਖਦੇ ਹਾਂ, ਅਸੀਂ ਕਹਿੰਦੇ ਇੰਨਾ ਸਖਤ ਕਿਉਂ ਪ੍ਰਭੂ ਨੇ, ਇੰਨਾ ਸਖਤ ਪ੍ਰਭੂ ਉਹਨਾਂ ਦੇ ਨਾਲ ਕਿਉਂ ਹੋ ਗਿਆ? ਯਾਦ ਰੱਖੋ, ਅਸੀਂ ਵਚਨ ਦੇ ਵਿੱਚ ਇਹ ਦੇਖਿਆ ਸੀਗਾ ਕਿ ਸਭ ਤੋਂ ਪਹਿਲਾਂ ਤਾਂ ਇਹ ਬਦਦੁਆਵਾਂ ਆ ਜਿਹੜੀਆਂ ਪੁਰਖਿਆਂ ਦੀਆਂ ਨਾਲ ਚੱਲੀਆਂ ਆ ਰਹੀਆਂ।
ਔਰ ਇੱਥੇ ਜਿਹੜੀ ਬਦਦੁਆ ਆ ਉਹ ਕਨਾਨ ਦੀ ਬਦਦੁਆ ਜਿਹੜੀ ਕਨਾਨ ਨੂੰ ਮਿਲੀ ਸੀ। ਸੋ ਆਓ ਇਸ ਤੋਂ ਪਹਿਲਾਂ ਅਸੀਂ ਅੱਗੇ ਵਧੀਏ, ਅਸੀਂ 9ਵੇਂ ਚੈਪਟਰ ਦੇ ਵਿੱਚ ਜਾਂਦੇ ਹਾਂ, ਉਤਪਤ ਦੇ 9ਵੇਂ ਚੈਪਟਰ ਦੇ ਵਿੱਚ। ਔਰ ਉੱਥੇ ਅਸੀਂ ਅਸੀਂ ਉੱਥੇ ਆਓ ਇਸ ਦੀ 18 ਆਇਤ ਤੋਂ ਲੈ ਕੇ 29 ਆਇਤ ਤੱਕ ਦੇਖਦੇ ਹਾਂ। ਔਰ ਇਹ ਤੁਸੀਂ ਦੇਖ ਲਓ ਕਿ ਬੇਸਿਕਲੀ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ 1970 ਸਾਲ 1969 ਸਾਲ ਪਹਿਲਾਂ ਇਹ ਆਗਿਆ ਦਿੱਤੀ ਗਈ ਸੀ, ਇਹ ਸਰਾਫ ਮਿਲਿਆ ਸੀ। ਔਰ ਹੁਣ ਅਸੀਂ ਜਿੱਥੇ ਪਹੁੰਚ ਚੁੱਕੇ ਹਾਂ ਉਹ ਬੇਸਿਕਲੀ 1431 ਔਰ 1461 ਦੇ ਲਾਗੇ ਸ਼ਾਦੇ ਪਹੁੰਚ ਚੁੱਕੇ ਹਾਂ। ਇਹ ਪੂਰੀ ਹੋਣ ਇੰਨੇ ਸਾਲ ਪ੍ਰਭੂ ਨੇ, ਘੱਟੋ ਘੱਟ 500 ਸਾਲ ਪ੍ਰਭੂ ਨੇ ਉਹਨਾਂ ਨੂੰ ਸਹਾਇਆ। ਦੇਖੋ ਉਹਦੀ ਸਹਿਨ ਸ਼ਕਤੀ। ਔਰ ਇੱਥੇ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਸ ਲਈ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਸਜ਼ਾ ਦਊਂਗਾ, ਉਹ ਕੋਈ ਸਾਡੇ ਦੁਆਲੇ ਡਾਂਗ ਲੈ ਕੇ ਨਹੀਂ ਤੁਰਿਆ ਫਿਰਦਾ ਕਿ ਤੂੰ ਗਲਤੀ ਕਰ, ਦੇਖ ਤੇਰੇ ਪਈ। ਏਦਾਂ ਨਹੀਂ। 500 ਸਾਲ ਪ੍ਰਭੂ ਨੇ ਇਹਨਾਂ ਲੋਕਾਂ ਦਾ ਮੂੰਹ ਦੇਖਿਆ ਹੈ। ਇਹਨਾਂ ਨੂੰ ਪਤਾ ਆ, ਜਿਸ ਲਈ ਤਿੰਨੇ ਬੱਚੇ ਗਏ ਆ, ਇਹਨਾਂ ਨੂੰ ਪਤਾ ਆ, ਕਨਾਨ ਨੂੰ ਪਤਾ ਆ, ਉਹਦੀ ਜ਼ਿੰਮੇਵਾਰੀ ਆਪਣੀ ਔਲਾਦ ਨੂੰ ਦੱਸੇ ਕਿ ਸਾਨੂੰ ਕਿਹੜਾ ਪ੍ਰਭੂ ਸਾਨੂੰ ਲੈ ਕੇ ਆਇਆ, ਸਾਨੂੰ ਕਿਹੜੇ ਪ੍ਰਭੂ ਨੇ ਬਚਾਇਆ। ਔਰ ਉਸਨੇ ਜਿਸ ਲਈ ਆਪਣੇ ਦਾਦੇ ਦਾ ਨੰਗੇਜ਼ ਦੇਖਿਆ ਔਰ ਪਲੱਸ ਉਸਨੇ ਕੀਤਾ ਕੁਛ ਨਹੀਂ, ਉਹਦੇ ਲਈ ਇੱਕ ਫਨ ਸੀ, ਉਸਦੇ ਲਈ ਇੱਕ ਬਹੁਤ ਵੱਡਾ ਫਨ ਸੀ। ਉਸਦਾ ਬਾਪ ਵੀ ਆਇਆ ਤੇ ਉਹਨੇ ਵੀ ਕੁਛ ਨਹੀਂ ਕੀਤਾ, ਉਹ ਦੋਵੇਂ ਭਰਾਵਾਂ ਨੂੰ ਲੈ ਕੇ ਆਇਆ। ਦੇਖਿਓ ਧਿਆਨ ਦੇਣਾ। ਸੋ ਆਓ ਅਸੀਂ ਪਹੁੰਚ ਗਏ ਹਾਂ 12 ਪੰਨੇ ਦੇ ਉੱਤੇ, ਉਤਪਤ ਦੇ 9ਵਾਂ ਭਾਗ, ਉਸਦੀ 18 ਆਇਤ ਤੋਂ ਲੈ ਕੇ ਅਸੀਂ 29 ਆਇਤ ਤੱਕ ਦੇਖਾਂਗੇ। ਮੈਂ ਪੜ੍ਹਦੀ ਹਾਂ ਵਾਸਤਵਿਕ। ਨੂਹ ਅਤੇ ਉਸਦੇ ਪੁੱਤਰ। ਨੂਹ ਦੇ 3 ਪੁੱਤਰ ਸ਼ੇਮ, ਹਾਮ ਅਤੇ ਜਾਵਤ ਕਿਸ਼ਤੀ ਵਿੱਚੋਂ ਬਾਹਰ ਗਏ। ਹਾਮ ਕਨਾਨ ਦਾ ਪਿਤਾ ਸੀ। ਸੋ ਇਹ ਨੂਹ ਦੇ 3 ਪੁੱਤਰ ਸਨ, ਜਿਨ੍ਹਾਂ ਤੋਂ ਅੱਗੇ ਸਾਰੀ ਮਾਨਵ ਜਾਤੀ ਨੇ ਜਨਮ ਲਿਆ। ਨੂਹ ਪਹਿਲਾ ਮਨੁੱਖ ਸੀ ਜਿਸ ਨੇ ਜ਼ਮੀਨ ਨੂੰ ਵਾਹਿਆ ਤੇ ਅੰਗੂਰੀ ਬਾਗ ਲਾਇਆ। ਉਹ ਇੱਕ ਦਿਨ ਸ਼ਰਾਬ ਪੀ ਕੇ ਨੰਗਾ ਆਪਣੇ ਤੰਬੂ ਵਿੱਚ ਲੰਮਾ ਪਿਆ ਹੋਇਆ ਸੀ ਤਾਂ ਉਸਦੇ ਪੁੱਤਰ ਹਾਮ ਨੇ, ਜੋ ਕਨਾਨ ਦਾ ਪਿਤਾ ਸੀ, ਆਪਣੇ ਪਿਓ ਨੂੰ ਇਸ ਹਾਲਤ ਵਿੱਚ ਦੇਖਿਆ ਅਤੇ ਜਾ ਕੇ ਆਪਣੇ ਦੂਜੇ ਭਰਾਵਾਂ ਨੂੰ ਦੱਸਿਆ। ਤਦ ਸ਼ੇਮ ਅਤੇ ਜਾਫਤ ਨੇ ਆਪਣੇ ਮੋਢਿਆਂ ਤੇ ਚਾਦਰ ਲੈ ਕੇ ਅਤੇ ਪਿਛਲੇ ਪੈਰੀਂ ਚੱਲ ਕੇ ਆਪਣੇ ਪਿਓ ਉੱਤੇ ਉਹ ਪਾ ਦਿੱਤੀ। ਉਹਨਾਂ ਨੇ ਆਪਣੇ ਪਿਓ ਦਾ ਨੰਗੇਜ ਨਾ ਦੇਖਿਆ। ਫਿਰ ਜਦੋਂ ਨੂਹ ਜਾਗਿਆ ਤਾਂ ਉਸਨੂੰ ਪਤਾ ਲੱਗਾ ਕਿ ਉਸਦੇ ਛੋਟੇ ਪੁੱਤਰ ਨੇ ਕੀ ਕੀਤਾ, ਤਾਂ ਉਸਨੇ ਕਿਹਾ, ਕਨਾਨ ਤੇ ਇਹ ਸਰਾਪ ਹੋਵੇਗਾ, ਉਹ ਆਪਣੇ ਭਰਾਵਾਂ ਦਾ ਗੁਲਾਮ ਬਣ ਕੇ ਰਹੇਗਾ। ਉਸਨੇ ਅੱਗੇ ਕਿਹਾ, ਪ੍ਰਭੂ ਮੇਰਾ ਪਰਮੇਸ਼ਰ ਸ਼ੇਮ ਨੂੰ ਅਸੀਸਤ ਕਰੇ ਅਤੇ ਕਨਾਨ ਉਸਦੀ ਗੁਲਾਮੀ ਕਰੇ। ਪਰਮੇਸ਼ਰ ਜਾਫਤ ਨੂੰ ਵਧਾਵੇ, ਉਹ ਸ਼ੇਮ ਦੇ ਨਾਲ ਮਿਲ ਕੇ ਰਹੇ ਅਤੇ ਕਨਾਨ ਉਸਦੀ ਗੁਲਾਮੀ ਕਰੇ। ਹੜ੍ਹ ਦੇ ਪਿੱਛੋਂ ਨੂਹ 350 ਸਾਲ ਹੋਰ ਜਿਉਂਦਾ ਰਿਹਾ। ਸੋ ਉਸਦੇ ਮਰਨ ਸਮੇਂ ਕੁੱਲ ਉਮਰ 950 ਸਾਲ ਸੀ। ਆਮੀਨ। ਇਸ ਤੋਂ ਬਾਅਦ ਅਸੀਂ ਨੂਹ ਦੇ ਬਾਰੇ ਜ਼ਿਆਦਾ ਨਹੀਂ ਪੜ੍ਹਿਆ। ਦਿਸ ਇਜ਼ ਦਾ ਲਾਸਟ ਥਿੰਗ, ਆਖਰੀ ਚੀਜ਼ ਜਿਹੜੀ ਸੀ ਨੂਹ ਦੇ ਬਾਰੇ ਪੜ੍ਹਦੇ ਪਏ ਹਾਂ। ਉਹ ਜਿਹੜੀ ਬਦਸੀਸ ਮਿਲੀ ਆ ਉਹ 500 ਸਾਲ ਬਾਅਦ ਪੂਰੀ ਹੋਈ। ਕਨਾਨ ਨੂੰ ਵੀ ਪਤਾ, ਜਿਹਦਾ ਦਾਦਾ ਆ ਨੂੰ, ਹਾਮ ਨੂੰ ਵੀ ਪਤਾ ਜਿਸ ਦਾ ਪਿਤਾ ਆ ਨੂੰ, ਕਿ ਸਾਨੂੰ ਕਿਸ ਨੇ ਬਚਾਇਆ, ਸਾਨੂੰ ਅਸੀਂ ਜਿਹੜੇ ਇਹ ਜਿਹੜਾ ਕਿ 8 ਜਾਣਿਆਂ ਦਾ ਟੱਬਰ ਆ ਜਿਹੜਾ ਬਚਾ ਕੇ ਆਇਆ, ਅਸੀਂ ਆਏ ਆ, ਸਾਨੂੰ ਕਿਹਨੇ ਬਚਾਇਆ, ਪਤਾ ਹੈ ਉਹਨਾਂ ਨੂੰ ਸਾਰਾ ਕੁਝ। ਲੇਕਿਨ ਫਿਰ ਵੀ ਉਹਨਾਂ ਨੇ ਆਪਣੇ ਰਸਤੇ ਫੜੇ। ਔਰ ਦੇਖੋ ਕਿੰਨੀ ਇਹ ਅਚਰਜ ਚੀਜ਼ ਆ ਕਿ ਉਹ ਪਰਿਵਾਰ ਦੇ ਵਿੱਚ ਅੱਜ ਉਹਨਾਂ ਨੇ ਦੇਵੀ ਦੇਵਤਿਆਂ ਦੇ ਉੱਥੇ ਮੰਦਿਰ ਬਣਾਏ। ਅੱਜ ਉਹਨਾਂ ਨੇ ਪਵਿੱਤਰ ਉੱਥੇ ਬਣਾਏ ਹੈਗੇ ਆ, ਦਰਖਤ ਲਾਏ ਹੋ, ਜਿਸ ਤਰ੍ਹਾਂ ਪਿੱਪਲ ਪਵਿੱਤਰ ਆ,
ਜਿਹੜੀ ਜਿਹੜੀ ਡੇਕ ਆ ਉਹ ਪਵਿੱਤਰ ਆ ਸੀ। ਉੱਥੇ ਸਾਡੇ ਹਿੰਦੁਸਤਾਨ 'ਚ ਵੀ ਇਹ ਬਹੁਤ ਚੱਲਦਾ ਆ। ਉਹਨਾਂ ਨੇ ਪਵਿੱਤਰ ਦਰਖਤ ਲਾਇਓ, ਪਵਿੱਤਰ ਥੰਮ ਗੱਡਿਓ, ਆ ਪਵਿੱਤਰ ਮੰਦਿਰ ਬਣਾਇਓ, ਕਿਉਂਕਿ they are nothing। ਪ੍ਰਭੂ ਨੇ ਕਿਹਾ ਸੀ ਕਿ ਪ੍ਰਭੂ ਨੂੰ ਮੰਨਣ ਦੇ ਲਈ ਜਿਸ ਵੇਲੇ ਇਨਸਾਨ ਏਦਾਂ ਦੀਆਂ ਚੀਜ਼ਾਂ ਬਣਾਉਂਦਾ ਤੇ ਉਸ ਵੇਲੇ ਉਹ ਪ੍ਰਭੂ ਦੀ ਜਗ੍ਹਾ ਨੂੰ ਬਹੁਤ ਘਟਾਉਂਦਾ ਆ। ਉਹ ਪ੍ਰਭੂ ਨੂੰ ਇੱਕ ਡੱਬੀ ਦੇ ਵਿੱਚ ਬੰਦ ਕਰਨਾ ਮੰਗਦਾ ਆ। ਉਹਦੀ ਜਿਹੜੀ ਪ੍ਰਭੂ ਦੀ ਜਿਹੜੀ ਸਾਡੇ ਕੋਲ ਕ੍ਰੀਏਸ਼ਨ ਹੈ, ਜਿਹੜੀ ਇਹ ਸਾਰੀਆਂ ਚੀਜ਼ਾਂ ਪ੍ਰਭੂ ਨੇ ਸਾਨੂੰ ਬਣਾ ਕੇ ਦਿੱਤੀਆਂ ਆ, ਜਿਸ ਲਈ ਅਸੀਂ ਉਹਨਾਂ ਨੂੰ ਬਣਾ ਕੇ ਉਸ ਦੀ ਪੂਜਾ ਕਰਦੇ ਹਾਂ, ਤਾਂ ਅਸੀਂ ਉਹਦੇ ਬਣਾਉਣ ਵਾਲੇ ਦੀ, ਉਸ ਨੂੰ ਜਿਸ ਨੇ ਬਣਾਇਆ ਆ ਸਾਰਾ ਕੁਝ, ਅਸੀਂ ਉਸ ਦੀ ਬੇਇੱਜ਼ਤੀ ਕਰਦੇ ਹਾਂ। ਇਸ ਕਰਕੇ ਜਦੋਂ ਯਹੂਦੀ ਦੁਆ ਦੇ ਵਿੱਚ ਜਾਂਦੇ ਸੀ ਤੇ ਉਹਨਾਂ ਦੇ ਕੋਲ ਜਿਹੜਾ ਉਹਨਾਂ ਦੇ ਉੱਤੇ ਕੱਪੜਾ ਹੁੰਦਾ ਸੀ, ਜਿਹੜਾ ਉਹਨਾਂ ਦਾ ਪ੍ਰੇਅਰ ਸ਼ਾਲ ਹੁੰਦਾ ਸੀ, ਉਹਦੇ ਵਿੱਚ ਵੀ ਇੱਕੋ ਚੀਜ਼ ਹੁੰਦੀ ਸੀ ਕਿ 10 ਗੱਠਾਂ ਇੱਧਰਲੇ ਪਾਸੇ ਤੇ 10 ਗੱਠਾਂ ਇੱਧਰਲੇ ਪਾਸੇ, ਔਰ ਆਪਣੇ ਦਿਲ ਦੇ ਉੱਤੇ ਰੱਖ ਕੇ ਉਹ ਪ੍ਰਭੂ ਦਾ ਸ਼ੁਕਰ ਕਰਦੇ ਸੀ ਕਿ ਪ੍ਰਭੂ ਤੇਰਾ ਸ਼ੁਕਰ ਹੈ ਕਿ ਤੂੰ ਸਾਨੂੰ ਨਿਯਮ ਦਿੱਤਾ, ਤੂੰ ਸਾਨੂੰ ਨਿਯਮ ਦਿੱਤਾ। ਔਰ ਫਿਰ ਉਹੀ 10 ਨਿਯਮ ਜਿਹੜੇ ਹੁੰਦੇ ਸੀ ਉਹ ਲਿਖੇ ਹੁੰਦੇ ਸੀ, ਉਹਨਾਂ ਦੇ ਸਿਰ ਦੇ ਉੱਤੇ ਡੱਬੀ ਜਿਹੀ ਹੁੰਦੀ ਸੀ, ਉਹਦੇ ਵਿੱਚ ਉਹ ਪਾ ਕੇ ਆਪਣੇ ਸਿਰ ਤੇ ਬੰਨ੍ਹਦੇ ਸੀ। ਔਰ ਉਹੀ ਆਪਣੇ ਉਹ ਕਿ ਪ੍ਰਭੂ ਜੋ ਤੂੰ ਸਾਨੂੰ ਨਿਯਮ ਦਿੱਤਾ, ਉਹਨਾਂ ਦੀ ਜਿਹੜੀਆਂ ਹੁੰਦੀਆਂ ਸੀ ਉਹ 5 ਏਦਾਂ ਲੱਤਾਂ ਬੰਨ੍ਹ ਕੇ ਏਦਾਂ ਹੱਥ ਦੇ ਵਿੱਚ ਉਹ ਫੜੀਆਂ ਹੁੰਦੀਆਂ ਸੀ, ਤੇਰਾ ਸ਼ੁਕਰ ਤੂੰ ਸਾਨੂੰ ਨਿਯਮ ਦਿੱਤਾ। ਸੋ ਪ੍ਰਭੂ ਦੀ ਆਵਾਜ਼ ਉਹਨਾਂ ਨੇ ਆਪਣੇ ਹੱਥਾਂ ਪੈਰਾਂ ਤੇ ਬੰਨੀ। ਔਰ ਦਰਵਾਜ਼ੇ ਦੇ ਉੱਤੇ ਵੀ ਪ੍ਰਭੂ ਦਾ ਜਿਹੜਾ ਨਾਮ ਆ ਕਿ ਹੇ ਇਜ਼ਰਾਈਲ ਪ੍ਰਭੂ ਪਰਮੇਸ਼ਵਰ ਇੱਕ, ਸੋ ਤੂੰ ਉਸਦਾ ਸਾਰਾ ਮਨ, ਸਾਰੇ ਦਿਲ ਔਰ ਸਾਰੀ ਆਤਮਾ ਦੇ ਨਾਲ ਉਸਦਾ ਸਨਮਾਨ ਕਰ। ਦਰਵਾਜ਼ੇ ਉੱਤੇ ਵੀ ਹੋਈ ਪ੍ਰਭੂ ਦਾ ਸ਼ਬਦ, ਨਥਿੰਗ ਐਲਸ, ਕਿਉਂਕਿ ਉਹਦੇ ਸ਼ਬਦ ਦੇ ਨਾਲ ਸਾਰਾ ਕੁਝ ਬਣਿਆ। ਔਰ ਜਿਹੜਾ ਅਸੀਂ ਜਿਉਂਦੇ ਹੋਏ ਅਸੀਂ ਉਸਦੇ ਸਾਹ ਦੇ ਨਾਲ ਜਿਉਂਦੇ ਹਾਂ। ਸੋ ਅਸੀਂ ਉਸੇ ਸਾਹ ਦੇ ਨਾਲ ਉਸਦੇ ਨਾਮ ਨੂੰ ਧੰਨ ਕਹਿੰਦੇ। ਔਰ ਇਸ ਕਰਕੇ ਪ੍ਰਭੂ ਨੇ ਕਿਹਾ ਸੀ ਕਿ ਜਦੋਂ ਤੁਸੀਂ ਉੱਥੇ ਜਾਓ, ਜਦੋਂ ਤੁਸੀਂ ਕਨਾਨ ਦੀ ਧਰਤੀ ਤੇ ਜਾਓ, ਕਨਾਨ ਦੀ ਧਰਤੀ ਕਿਹੜੀ ਸੀ? ਨੋਹਾ ਦੇ ਬੇਟੇ ਹਾਮ ਦੇ ਬੇਟੇ ਕਨਾਨ ਦੀ ਧਰਤੀ। ਕਨਾਨ ਨੇ ਉਹ ਸਾਰਾ ਇਲਾਕਾ ਵਸਾਇਆ ਸੀ। ਜਦੋਂ ਤੁਸੀਂ ਕਨਾਨ ਦੀ ਧਰਤੀ ਤੇ ਜਾਓ ਤੇ ਉਹ ਧਰਤੀ ਮੈਂ ਤੁਹਾਨੂੰ ਦੇਣ ਜਾ ਰਿਹਾ। ਔਰ ਉਹਨਾਂ ਤੋਂ ਗਾਂ ਜਿਹੜੇ ਹਿੱਤੀ ਇਹ ਸਾਰੇ ਜਿਹੜੇ ਪੈਦਾ ਹੋਏ ਆ, ਉਹਨਾਂ ਦੇ ਵਿੱਚੋਂ ਉਹਨਾਂ ਦੇ ਟੱਬਰਾਂ ਚੋਂ ਪੈਦਾ ਹੋਏ, ਔਰ ਤੁਸੀਂ ਉਹਨਾਂ ਦੇ ਵਿੱਚੋਂ ਕਿਸੇ ਨੂੰ ਨਹੀਂ ਛੱਡਣਾ, ਉਹਨਾਂ ਨੂੰ ਖਤਮ ਕਰ ਦਿਓ। ਉਹਨਾਂ ਦੇ ਜਿੰਨੇ ਵੀ ਧਾਰਮਿਕ ਸਥਾਨ ਸਾਰੇ ਖਤਮ ਕਰ ਦਿਓ। ਜਿੰਨੀਆਂ ਮੂਰਤੀਆਂ ਬਣਾਈਆਂ ਸਾਰਿਆਂ ਨੂੰ ਅੱਗ ਲਾ ਦੇ। ਉਹਨਾਂ ਦੇ ਨਾਲ ਤੁਸੀਂ ਕੋਈ ਰਿਸ਼ਤਾ ਨਹੀਂ ਰੱਖਣਾ, ਉਹਨਾਂ ਦੇ ਨਾਲ ਨਾ ਧੀਆਂ ਵਿਆਹੁਣੀਆਂ ਨਾ ਪੁੱਤ ਵਿਆਹੁਣੇ। ਕਿਉਂ? ਕਿਉਂਕਿ ਤੁਸੀਂ ਮੇਰੀ ਚੁਣੀ ਹੋਈ ਸੰਤਾਨ, ਤੁਸੀਂ ਮੇਰੇ ਚੁਣੇ ਹੋਏ ਲੋਕ। ਔਰ ਮੈਂ ਤੁਹਾਨੂੰ ਇਸ ਕਰਕੇ ਨਹੀਂ ਚੁਣਿਆ ਤੁਸੀਂ ਨੰਬਰ ਦੇ ਵਿੱਚ ਬਹੁਤ ਵੱਡੇ ਸੀ, ਮੈਂ ਇਸ ਕਰਕੇ ਚੁਣਿਆ ਕਿ ਤੁਸੀਂ ਨੰਬਰ ਦੇ ਵਿੱਚ ਥੋੜੇ ਸੀ, ਉਹ ਤੁਹਾਡੇ ਨਾਲੋਂ ਗਿਣਤੀ ਦੇ ਵਿੱਚ ਕਾਫੀ ਜ਼ਿਆਦਾ, ਲੇਕਿਨ ਮੈਂ ਤੁਹਾਨੂੰ ਬਰਕਤ, ਮੈਂ ਤੁਹਾਨੂੰ ਕਬਜ਼ਾ ਕਰ, ਮੈਂ ਤੁਹਾਨੂੰ ਜਿੱਤ ਦਊਂਗਾ। ਕਬਜ਼ਾ ਕਰਨਾ ਤੁਹਾਡਾ ਕੰਮ, ਇਹ ਪ੍ਰਭੂ ਕਹਿ ਰਹੇ। ਸੋ ਜਿਸ ਲਈ ਅਸੀਂ ਇੱਥੇ ਦੇਖਦੇ ਹਾਂ ਤੇ ਸਾਨੂੰ ਵੀ ਇਹ ਯਾਦ ਰੱਖਣਾ ਚਾਹੀਦਾ। ਅਸੀਂ ਕਈ ਵਾਰੀ ਅਸੀਂ ਨਿਰਾਸ਼ ਹੋ ਜਾਂਦੇ ਹਾਂ ਤੇ ਆਪਣੇ ਘਰ ਦੇ ਵਿੱਚ ਅਸੀਂ ਥੋੜੇ ਜਿਹੇ ਹਾਂ ਜਿਹੜੇ ਪ੍ਰਭੂ ਨੂੰ ਮੰਨਦੇ ਹਾਂ। ਉਹਨੇ ਥੋੜੇ ਜਿਹੇ ਚੁਣੇ, ਉਹਨੇ ਥੋੜੇ ਜਿਹੇ ਚੁਣੇ। ਹੁਣ ਜਿਹੜਾ ਮਤਲਬ ਆ ਉਹ ਬਿਲਕੁਲ ਅਲੱਗ ਆ। ਉਹ ਇਹ ਨਹੀਂ ਹੈਗਾ ਕਿ ਸਾਡੇ ਘਰਦਿਆਂ ਨੂੰ ਪ੍ਰਭੂ ਸਜ਼ਾ ਦੇ। ਹੁਣ ਇਹ ਆ ਕਿ ਥੋੜੇ ਚੁਣ ਕੇ ਪ੍ਰਭੂ ਨੇ, ਕਮਜ਼ੋਰ ਨੂੰ ਚੁਣ ਕੇ ਪ੍ਰਭੂ ਨੇ ਬਰਕਤ ਦਿੱਤੀ ਕਿ ਸਾਰੇ ਪਰਿਵਾਰ ਨੂੰ ਬਰਕਤ ਮਿਲ ਸਕੇ, ਸਾਰੇ ਪਰਿਵਾਰ ਨੂੰ ਬਰਕਤ ਮਿਲ ਸਕੇ। ਪਰ ਸਾਨੂੰ ਇਹ ਜਿਹੜੇ ਸਟੈਂਡ ਆ ਇਹ ਲੈਣੇ ਔਖੇ ਹੁੰਦੇ ਆ, ਲੇਕਿਨ ਇਹ ਲੈਣੇ ਚਾਹੀਦੇ। ਇਹ ਸਟੈਂਡ ਲੈਣੇ ਚਾਹੀਦੇ ਆ ਕਿਉਂਕਿ ਇਹਨਾਂ ਦੇ ਵਿੱਚ ਬਰਕਤ ਛੁਪੀ,
ਇਹਨਾਂ ਦੇ ਵਿੱਚ ਪ੍ਰਭੂ ਦਾ ਰਹਿਮ ਛੁਪਿਆ। ਸੋ ਆਓ ਹੁਣ ਅਸੀਂ ਆਗਿਆਕਾਰੀ ਦੀਆਂ ਅਸੀਸਾਂ ਦੇਖੀਏ। ਆਗਿਆਕਾਰੀ ਜੇ ਕਰਨਗੇ ਤੇ ਉਹਨਾਂ ਦੀਆਂ ਅਸੀਸਾਂ ਦੇਖੀਏ, ਔਰ ਫਿਰ ਅਸੀਂ ਐਜ਼ ਵੀ ਗੋ ਕਿੱਦਾਂ ਪ੍ਰਭੂ ਉਹਨਾਂ ਨੂੰ ਸਾਰੀਆਂ ਚੀਜ਼ਾਂ ਦੱਸ ਰਿਹਾ। ਹਾਂਜੀ ਸਿਸਟਰ ਜੀ, ਗੋ ਹੈਡ, ਪੜ੍ਹ ਦਿਓ। ਅਸੀਂ ਇਸ ਨੂੰ ਚੈਪਟਰ ਨੂੰ ਖਤਮ ਕਰ ਦਿਆਂ। ਓਕੇ ਜੀ। ਆਗਿਆਕਾਰੀ ਅਤੇ ਅਸੀਸਾਂ। ਸੋ ਜੇਕਰ ਤੁਸੀਂ ਇਸ ਵਿਧਾਨ ਨੂੰ ਚੰਗੀ ਤਰ੍ਹਾਂ ਸੁਣੋਗੇ ਅਤੇ ਇਸ ਦੇ ਪੂਰੇ ਆਗਿਆਕਾਰੀ ਰਹਿ ਕੇ ਪਾਲਣਾ ਕਰੋਗੇ ਤਾਂ ਪ੍ਰਭੂ ਤੁਹਾਡਾ ਪਰਮੇਸ਼ਵਰ ਵੀ ਆਪਣੇ ਨੇਮ ਅਤੇ ਦਇਆ ਨੂੰ, ਜਿਸ ਦੀ ਸਹੁੰ ਉਸਨੇ ਤੁਹਾਡੇ ਪੁਰਖਿਆਂ ਨਾਲ ਚੁੱਕੀ ਸੀ, ਤੁਹਾਡੇ ਵੱਲੋਂ ਪੂਰਾ ਕਰਦਾ ਰਹੇਗਾ। ਪ੍ਰਭੂ ਤੁਹਾਨੂੰ ਪਿਆਰ ਕਰੇਗਾ ਤੇ ਅਸੀਸ ਨਾਲ ਮਾਲੋ ਮਾਲ ਕਰੇਗਾ। ਉਸ ਧਰਤੀ ਤੇ ਜਿਸ ਦੇ ਦੇਣ ਦੀ ਸਹੁੰ ਉਸਨੇ ਤੁਹਾਡੇ ਪੁਰਖਿਆਂ ਨਾਲ ਚੁੱਕੀ ਸੀ, ਤੁਹਾਡੇ ਖੇਤਾਂ ਦੀ ਪੈਦਾਵਾਰ, ਤੁਹਾਡੀ ਫਸਲ, ਤੁਹਾਡੇ ਦਾਖਸਾਰ, ਤੁਹਾਡੇ ਤੇਲ, ਤੁਹਾਡੇ ਜਾਨਵਰ ਅਤੇ ਤੁਹਾਡੇ ਇੱਜੜਾਂ ਨੂੰ ਵਧਾਵੇਗਾ। ਤੁਸੀਂ ਧਰਤੀ ਤੇ ਸਭ ਲੋਕਾਂ ਤੋਂ ਅਧਿਕ ਅਸੀਸ ਪ੍ਰਾਪਤ ਕਰੋਗੇ। ਤੁਹਾਡੇ ਲੋਕਾਂ ਵਿੱਚ ਕੋਈ ਮਨੁੱਖ ਜਾਂ ਇਸਤਰੀ ਔਂਤ ਨਹੀਂ ਹੋਵੇਗੀ, ਇੱਥੋਂ ਤੱਕ ਕਿ ਤੁਹਾਡਾ ਕੋਈ ਜਾਨਵਰ ਵੀ। ਪ੍ਰਭੂ ਤੁਹਾਡੇ ਹਰ ਤਰ੍ਹਾਂ ਦੀ ਬਿਮਾਰੀ ਤੋਂ ਬਚਾਈ ਰੱਖੇਗਾ ਅਤੇ ਨਾ ਹੀ ਤੁਹਾਡੇ ਤੇ ਮਿਸਰ ਵਿੱਚ ਆਈਆਂ ਭਿਅੰਕਰ ਬਿਮਾਰੀਆਂ ਨੂੰ ਆਉਣ ਦੇਵੇਗਾ, ਜਿਨ੍ਹਾਂ ਬਾਰੇ ਤੁਸੀਂ ਆਪ ਚੰਗੀ ਤਰ੍ਹਾਂ ਨਾਲ ਜਾਣਦੇ ਹੋ। ਪਰ ਇਹੀ ਸਭ ਉਹ ਉਹਨਾਂ ਉੱਤੇ ਘੱਲੇਗਾ ਜੋ ਤੁਹਾਨੂੰ ਘਿਰਣਾ ਕਰਦੇ ਹਨ। ਤੁਸੀਂ ਉਹਨਾਂ ਸਭ ਲੋਕਾਂ ਨੂੰ ਨਾਸ਼ ਕਰੋਗੇ ਜਿਨ੍ਹਾਂ ਨੂੰ ਪ੍ਰਭੂ ਤੁਹਾਡਾ ਪਰਮੇਸ਼ਵਰ ਤੁਹਾਡੇ ਹੱਥੀਂ ਸੌਂਪੇਗਾ। ਤੁਸੀਂ ਉਹਨਾਂ ਤੇ ਕਿਸੇ ਤਰ੍ਹਾਂ ਦਾ ਤਰਸ ਨਾ ਕਰਨਾ ਅਤੇ ਨਾ ਹੀ ਉਹਨਾਂ ਦੇ ਕਿਸੇ ਦੇਵਤੇ ਨੂੰ ਪੂਜਣਾ, ਕਿਉਂਕਿ ਇਹ ਤੁਹਾਡੇ ਲਈ ਫੰਦਾ ਬਣ ਸਕਦਾ ਹੈ। ਤੁਸੀਂ ਇਸ ਤਰ੍ਹਾਂ ਆਪਣੇ ਮਨਾਂ ਵਿੱਚ ਨਾ ਕਹਿਣਾ, ਇਹ ਕੌਮਾਂ ਗਿਣਤੀ ਵਿੱਚ ਸਾਡੇ ਤੋਂ ਅਧਿਕ ਹਨ, ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਹਰਾ ਸਕਦੇ ਹਾਂ। ਤੁਸੀਂ ਉਹਨਾਂ ਤੋਂ ਡਰਨਾ ਨਾ। ਤੁਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਹੋ ਕਿ ਪ੍ਰਭੂ ਤੁਹਾਡੇ ਪਰਮੇਸ਼ਵਰ ਨੇ ਮਿਸਰ ਦੇ ਰਾਜਾ ਫਿਰਾਉਨ ਨਾਲ ਅਤੇ ਉੱਥੋਂ ਦੇ ਸਭ ਲੋਕਾਂ ਨਾਲ ਕੀ ਕੀਤਾ ਸੀ। ਉਹ ਵੱਡੇ ਵੱਡੇ ਪਰਤਾਵੇ ਜੋ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਚੁੱਕੇ ਹੋ, ਇਸ ਦੇ ਨਾਲ ਉਸ ਦੁਆਰਾ ਕੀਤੇ ਗਏ ਅਦਭੁਤ ਚਿੰਨ੍ਹਾਂ ਅਤੇ ਕੰਮਾਂ ਨੂੰ ਵੀ ਤੁਸੀਂ ਦੇਖ ਚੁੱਕੇ ਹੋ, ਅਤੇ ਤੁਸੀਂ ਉਸ ਦੇ ਬਲੀ ਹੱਥ ਅਤੇ ਲੰਮੀ ਬਾਂਹ ਨੂੰ ਵੀ ਜਾਣਦੇ ਹੋ, ਜਿਸ ਦੇ ਨਾਲ ਉਹ ਤੁਹਾਨੂੰ ਬਾਹਰ ਕੱਢ ਕੇ ਲਿਆਇਆ ਸੀ। ਠੀਕ ਇਸ ਤਰ੍ਹਾਂ ਪ੍ਰਭੂ ਤੁਹਾਡਾ ਪਰਮੇਸ਼ਵਰ ਉਸ ਸਮੇਂ ਉਹਨਾਂ ਵਿੱਚ ਇੱਕ ਪ੍ਰਕਾਰ ਦੇ ਜ਼ਹਿਰੀਲੇ ਭੂੰਡ ਘੱਲੇਗਾ, ਜਿੱਥੋਂ ਤੱਕ ਉਹ ਇਹਨਾਂ ਭੂੰਡਾਂ ਦੁਆਰਾ ਨਾਸ਼ ਨਾ ਹੋ ਜਾਣ। ਸੋ ਤੁਸੀਂ ਉਹਨਾਂ ਲੋਕਾਂ ਤੋਂ ਕਿਸੇ ਤਰ੍ਹਾਂ ਭੈਭੀਤ ਨਾ ਹੋਣਾ, ਕਿਉਂਕਿ ਪ੍ਰਭੂ ਤੁਹਾਡਾ ਪਰਮੇਸ਼ਵਰ, ਜੋ ਮਹਾਨ ਅਤੇ ਭਿਅੰਕਰ ਪਰਮੇਸ਼ਵਰ ਹੈ, ਤੁਹਾਡੇ ਨਾਲ ਹੈ। ਪ੍ਰਭੂ ਤੁਹਾਡਾ ਪਰਮੇਸ਼ਵਰ ਹੌਲੀ ਹੌਲੀ ਉਹਨਾਂ ਕੌਮਾਂ ਨੂੰ ਤੁਹਾਡੇ ਸਾਹਮਣੇ ਨਾਸ਼ ਕਰੇਗਾ, ਪਰ ਤੁਸੀਂ ਉਹਨਾਂ ਦਾ ਤੁਰੰਤ ਸਫਾਇਆ ਕਰਨ ਦੀ ਕੋਸ਼ਿਸ਼ ਨਾ ਕਰਨਾ। ਇਸ ਤਰ੍ਹਾਂ ਕਰਨ ਦੁਆਰਾ ਤੁਹਾਡੇ ਲਈ ਅਣਗਿਣਤ ਜੰਗਲੀ ਜਾਨਵਰਾਂ ਦਾ ਖਤਰਾ ਪੈਦਾ ਹੋ ਸਕਦਾ ਹੈ। ਸਗੋਂ ਪ੍ਰਭੂ ਤੁਹਾਡਾ ਪਰਮੇਸ਼ਵਰ ਆਪ ਹੀ ਉਹਨਾਂ ਨੂੰ ਤੁਹਾਡੇ ਹੱਥੀਂ ਸੌਂਪ ਦੇਵੇਗਾ ਤੇ ਉਹਨਾਂ ਨੂੰ ਵੱਡੀ ਘਬਰਾਹਟ ਵਿੱਚ ਪਾ ਦੇਵੇਗਾ, ਜਦੋਂ ਤੱਕ ਕਿ ਉਹ ਨਾਸ਼ ਨਾ ਹੋ ਜਾਣ। ਪ੍ਰਭੂ ਉਹਨਾਂ ਦੇ ਰਾਜਿਆਂ ਨੂੰ ਵੀ ਤੁਹਾਡੇ ਹੱਥੀਂ ਸੌਂਪ ਦੇਵੇਗਾ ਅਤੇ ਤੁਸੀਂ ਉਹਨਾਂ ਦਾ ਨਾਂ ਪਤਾ ਵੀ ਇਸ ਧਰਤੀ ਤੋਂ ਮਿਟਾ ਦੇਵੋਗੇ। ਗੱਲ ਕੀ ਤੁਹਾਡੇ ਸਾਹਮਣੇ ਕੋਈ ਮਨੁੱਖ ਵੀ ਖੜਾ ਨਹੀਂ ਰਹਿ ਸਕੇਗਾ, ਜਦੋਂ ਤੱਕ ਤੁਸੀਂ ਸਭ ਨੂੰ ਨਾਸ਼ ਨਾ ਕਰ ਦੇਵੋ। ਤੁਸੀਂ ਉਹਨਾਂ ਦੇ ਦੇਵਤਿਆਂ ਤੇ ਉਕਰੀਆਂ ਮੂਰਤੀਆਂ ਨੂੰ ਅੱਗ ਵਿੱਚ ਸਾੜ ਕੇ ਭਸਮ ਕਰ ਦੇਣਾ, ਪਰ ਤੁਸੀਂ ਉਹਨਾਂ ਮੂਰਤੀਆਂ ਉੱਤੇ ਲੱਗੇ ਸੋਨੇ ਚਾਂਦੀ ਦਾ ਲੋਭ ਨਾ ਕਰਨਾ, ਕਿਉਂਕਿ ਤੁਸੀਂ ਇਸ ਦੁਆਰਾ ਫੰਦੇ ਵਿੱਚ ਫਸ ਸਕਦੇ ਹੋ। ਇਹ ਗੱਲ ਪ੍ਰਭੂ ਤੁਹਾਡੇ ਪਰਮੇਸ਼ਵਰ ਲਈ ਅਤ ਘਿਨਾਉਣੀ ਹੋਵੇਗੀ। ਸੋ ਤੁਸੀਂ ਕੋਈ ਵੀ ਘਿਨਾਉਣੀ ਚੀਜ਼ ਆਪਣੇ ਘਰ ਦੇ ਅੰਦਰ ਨਾ ਲਿਆਉਣਾ ਕਿ ਤੁਸੀਂ ਉਸ ਤੇ ਸਰਾਪੀ ਨਾ ਠਹਿਰੋ। ਸਗੋਂ ਤੁਸੀਂ ਇਹੋ ਜਿਹੀ ਚੀਜ਼ ਨੂੰ ਦਿਲੋਂ ਘਿਰਣਾ ਕਰਨਾ, ਕਿਉਂਕਿ ਇਹ ਸਰਾਪੀ ਚੀਜ਼ ਹੈ। ਇਹ ਸਰਾਪੀ ਚੀਜ਼ ਹੈ। ਸੋ ਹੁਣ ਜਿਸ ਤਰ੍ਹਾਂ ਪ੍ਰਭੂ ਉਹਨਾਂ ਨੂੰ ਹਰ ਇੱਕ ਚੀਜ਼, ਅਗਰ ਤੁਸੀਂ ਦੇਖੋ ਨਾ, ਹਰ ਇੱਕ ਨਿੱਕੀ ਨਿੱਕੀ ਪ੍ਰਭੂ ਡੀਟੇਲ ਦੱਸਦਾ ਪਿਆ। ਜਿੱਥੇ ਜਾ ਕੇ ਉੱਥੇ ਉਹਨਾਂ ਨੇ ਕਬਜ਼ਾ ਕਰਨਾ, ਪ੍ਰਭੂ ਉਹਨਾਂ ਨੂੰ ਦੱਸਦਾ ਪਿਆ ਕਿ ਮੈਨੂੰ ਪਤਾ ਆ, ਮੈਂ ਤੁਹਾਡੇ ਨੰਬਰ ਦੇ ਅਨੁਸਾਰ ਲੈ ਕੇ ਤੁਹਾਨੂੰ ਹੌਲੀ ਹੌਲੀ ਵਧੂੰਗਾ। ਮੈਂ ਤੁਹਾਨੂੰ ਇੱਕ ਕਾਹਲੀ ਦੇ ਵਿੱਚ ਸਭ ਕੁਝ ਨਹੀਂ ਦਊਂਗਾ। ਜਿੱਦਾਂ ਤੁਹਾਨੂੰ ਤੁਹਾਡੇ 2.5 ਕਬੀਲਿਆਂ ਨੂੰ ਮੈਂ ਇੱਥੇ ਦੇ ਦਿੱਤੀ ਹੈ ਜ਼ਮੀਨ, ਇਸੇ ਤਰ੍ਹਾਂ ਤੁਹਾਨੂੰ ਮੈਂ ਹੌਲੀ ਹੌਲੀ ਲੈ ਕੇ ਅੱਗੇ ਵਧੂੰਗਾ। ਤੁਸੀਂ ਕਾਹਲੀ ਨਾ ਕਰਨਾ, ਇਕੱਠਾ ਹਮਲਾ ਨਾ ਕਰਨਾ। ਅਸੀਂ ਇੱਕ ਇੱਕ ਦੇ ਉੱਤੇ ਹਮਲਾ ਕਰਦੇ ਉਸ ਧਰਤੀ ਤੇ ਕਬਜ਼ਾ ਕਰਦੇ ਜਾਵਾਂਗੇ, ਔਰ ਮੈਂ ਤੁਹਾਡੇ ਨਾਲ ਹੋਊਂਗਾ। ਹਰ ਚੀਜ਼ ਦੇ ਵਿੱਚ ਦੇਖੋ, ਜਿਹੜੀ ਸਭ ਤੋਂ ਵੱਡੀ ਇੱਥੇ ਬਲੈਸਿੰਗ ਹੈ ਤੇ ਪ੍ਰਭੂ ਉਹਨਾਂ ਦਾ ਉਹਨਾਂ ਦੇ ਨਾਲ। ਪ੍ਰਭੂ ਉਹਨਾਂ ਨੂੰ ਪ੍ਰੋਮਿਸ ਕਰਦਾ ਪਿਆ ਕਿ ਤੁਸੀਂ ਇਸ ਚੀਜ਼ ਦੇ ਉੱਤੇ ਧਿਆਨ ਰੱਖਣਾ, ਤੇ ਈਵਨ ਜਿਹੜਾ ਸੋਨਾ ਉਹਨਾਂ ਦੀਆਂ ਮੂਰਤੀਆਂ ਦੇ ਉੱਤੇ ਮੜਿਆ ਆ, ਉਹ ਸੋਨੇ ਨੂੰ ਵੀ ਘਰ ਨਹੀਂ ਲਿਓ। ਉਹ ਸੋਨੇ ਨੂੰ ਵੀ ਤੁਸੀਂ ਅੱਗ ਦੇ ਵਿੱਚ ਸਾੜ ਦੇਣਾ, ਉਹਨੂੰ ਵੀ ਘਰ ਨਹੀਂ ਲੈ ਕੇ ਆਉਣਾ। ਇਹ ਤਾਂ ਤੁਹਾਡੇ ਲਈ ਉਹ ਫੰਦਾ ਬਣ ਜਾਏਗਾ, ਕਿਉਂਕਿ ਉਹ ਚੀਜ਼ਾਂ ਦਾ ਸਰਾਫ ਆਲਰੇਡੀ ਉਹਨਾਂ ਲੋਕਾਂ ਦੇ ਉੱਤੇ ਪੈ ਚੁੱਕਾ ਹੈ। ਪ੍ਰਭੂ ਨੇ ਆਲਰੇਡੀ
ਉਹ ਸਰਾਫ ਉਹਨਾਂ ਦੇ ਉੱਤੇ ਕੱਲੇ ਆਇਆ। ਬਾਈ ਦੇ ਕੁਐਸਚਨ ਇਹ ਉੱਠਦਾ ਕਿ ਉੱਥੇ ਕਿਹੜੇ ਲੋਕ ਸੀਗੇ ਜਿਹੜੇ ਉਹਨਾਂ ਨੂੰ ਪ੍ਰਭੂ ਦੇ ਬਾਰੇ ਦੱਸਦੇ ਸੀਗੇ। ਅਸੀਂ ਬਲਿਆਲ ਨੂੰ ਤਾਂ ਮਿਲ ਹੀ ਚੁੱਕੇ ਦੂਸਰੇ ਪਾਸੇ, ਔਰ ਇਸੇ ਤਰ੍ਹਾਂ ਅਸੀਂ ਜਿਸਲੇ ਅਬਰਾਹਮ ਦੇ ਕੋਲ ਮਲਕੀਸੇਦਕ ਆਇਆ ਸੀ ਤੇ ਉਹ ਪ੍ਰਭੂ ਪਰਮੇਸ਼ਰ ਨੂੰ ਮੰਨਦਾ ਸੀ, ਔਰ ਉਹ ਯਰੂਸ਼ਲਮ ਤੋਂ ਗਿਆ ਸੀ। ਸ਼ਾਲੇਮ ਦਾ ਰਾਜਾ ਉਸ ਨੂੰ ਕਿਹਾ ਗਿਆ, ਉਹ ਯਰੂਸ਼ਲਮ ਤੋਂ ਗਿਆ ਸੀ। ਔਰ ਉਹ ਲੋਕ, ਉਹ ਇਸ ਦਾ ਮਤਲਬ ਕਿ ਪ੍ਰਭੂ ਨੇ ਉਹਨਾਂ ਦੇ ਵਿੱਚ ਲੋਕ ਰੱਖੇ ਹੋ ਸੀ, ਲੇਕਿਨ ਇਹਨਾਂ ਲੋਕਾਂ ਨੇ ਪ੍ਰਭੂ ਦੇ ਪਿੱਛੇ ਚੱਲਣਾ ਨਹੀਂ ਚਾਹਿਆ। ਔਰ ਅੰਤ ਇਹਨਾਂ ਦਾ ਜਿਹੜਾ ਪ੍ਰਭੂ ਦਾ ਸਰਾਪ ਆ ਉਹ ਇਹਨਾਂ ਤੇ ਆ ਪਿਆ। ਔਰ ਪੂਰੇ 500 ਸਾਲ ਬਾਅਦ ਪ੍ਰਭੂ ਇਹਨਾਂ ਨੂੰ ਸਜ਼ਾ ਦੇ ਰਿਹਾ। 500 ਸਾਲ। ਔਰ ਇਸ ਵੇਲੇ ਹੁਣ ਪ੍ਰਭੂ ਉਹਨਾਂ ਨੂੰ ਲਗਾਤਾਰ ਆਪਣੇ ਲੋਕਾਂ ਨੂੰ ਕਹਿ ਰਿਹਾ ਕਿ ਜਿਸ ਲਈ ਤੁਸੀਂ ਉੱਥੇ ਜਾਣਾ, ਯਾਦ ਰੱਖਣਾ ਕਿ ਮੈਂ ਤੁਹਾਡੇ ਨਾਲ। ਤੁਸੀਂ ਕਿਸੇ ਤੋਂ ਡਰਨਾ ਨਹੀਂ, ਤੁਸੀਂ ਉਹਨਾਂ ਦੇ ਨੰਬਰਾਂ ਤੋਂ ਨਹੀਂ ਘਬਰਾਉਣਾ, ਉਹ ਕਿੱਡੇ ਕਿੱਡੇ ਵੱਡੇ ਆ, ਤੁਸੀਂ ਇਹਨਾਂ ਚੀਜ਼ਾਂ ਤੋਂ ਨਹੀਂ ਘਬਰਾਉਣਾ, ਕਿਉਂਕਿ ਮੈਂ ਤੁਹਾਡੇ ਨਾਲ। ਜੋ ਆਗਿਆ ਮੈਂ ਤੁਹਾਨੂੰ ਦੇ ਰਿਹਾ, ਉਸ ਆਗਿਆ ਨੂੰ ਤੁਸੀਂ ਮੰਨਣਾ, ਮੇਰੀ ਆਗਿਆਕਾਰੀ ਕਰਨਾ। ਅਸ਼ੁੱਧ ਚੀਜ਼ ਕੋਈ ਘਰ ਲੈ ਕੇ ਨਹੀਂ ਆਉਣੀ, ਚਾਹੇ ਉਹ ਸੋਨਾ ਦੀ ਹੋਵੇ ਤੇ ਚਾਹੇ ਉਹ ਚਾਂਦੀ ਦੀ ਹੋਵੇ, ਉਸਨੂੰ ਨਹੀਂ ਲੈ ਕੇ ਆਉਣਾ। ਲੇਕਿਨ ਕਹਿੰਦਾ ਕਿ ਮਤਲਬ ਕੰਪਲੀਟ ਸਫਾਈ, ਜਿਹੜਾ ਕਿ ਜਿਸਲੇ ਉਹ ਬੱਚੇ ਜਾ ਕੇ ਉੱਥੇ ਬਸਣ ਤੇ ਬੱਚਿਆਂ ਦੇ ਸਾਹਮਣੇ ਉਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ। ਉਹ ਪੁੱਛਣ ਵੀ ਨਾ ਕਿ ਇਹ ਕੀ ਆ, ਇਹ ਕੀ ਆ। ਔਰ ਉਹ ਸਿਰਫ ਉਹ ਚੀਜ਼ ਦੇਖਣ ਜੋ ਪ੍ਰਭੂ ਨੇ ਉਹਨਾਂ ਨੂੰ ਦਿੱਤੀ ਹੈ। ਉਹਨਾਂ ਦਾ ਧਿਆਨ ਉਸ ਅਨਾਦਿ ਪਰਮੇਸ਼ਵਰ ਦੇ ਵੱਲ ਹੋਵੇ, ਜਿਸ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੂੰ ਬੈਠਣਾ ਸਿਖਾਓ। ਉਹਨਾਂ ਬੱਚਿਆਂ ਨੂੰ, ਆਪਣੇ ਬੱਚਿਆਂ ਨੂੰ ਜੋ ਨੇਮ ਮੈਂ ਤੁਹਾਨੂੰ ਦਿੱਤਾ ਪਿਆ ਉਹ ਸਿਖਾਓ। ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਸਿਖਾਓ, ਅਸੀਂ ਕੌਣ ਆ, ਅਸੀਂ ਕਿੱਥੋਂ ਆਏ, ਉਹਨਾਂ ਚੀਜ਼ਾਂ ਦੇ ਬਾਰੇ ਸਿਖਾਓ। ਠੀਕ, ਸੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਦੇਖਦੇ ਪਏ। ਹੁਣ ਅਸੀਂ 8ਵੇਂ ਚੈਪਟਰ ਦੇ ਉੱਤੇ ਆ ਗਏ ਹਾਂ। ਔਰ ਕੋਈ ਜਾਣਾ ਹੁਣ ਪੜ੍ਹੇ ਜੀ ਪਹਿਲੀਆਂ 10 ਆਇਤਾਂ 8ਵੇਂ ਚੈਪਟਰ ਦੀਆਂ। ਮੈਂ ਪੜ੍ਹ ਦਿੰਦੀ ਵਾਸਤੇ। ਸੁੰਦਰ ਉਪਜਾਊ ਧਰਤੀ ਤੇ ਕਬਜ਼ਾ ਕਰਨਾ। ਤੁਸੀਂ ਇਹਨਾਂ ਸਭ ਹੁਕਮਾਂ ਦੀ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ ਪੂਰੀ ਤਰ੍ਹਾਂ ਨਾਲ ਪਾਲਣਾ ਕਰਨਾ। ਇਹ ਕਾਰਨ ਤੇ ਤੁਸੀਂ ਜੀਓਗੇ ਅਤੇ ਵਧੋ ਫੁੱਲੋਗੇ ਅਤੇ ਉਸ ਧਰਤੀ ਤੇ ਜਾ ਕੇ ਕਬਜ਼ਾ ਕਰੋਗੇ ਜਿਸ ਦੀ ਸਹੁੰ ਪ੍ਰਭੂ ਨੇ ਤੁਹਾਡੇ ਪੁਰਖਿਆਂ ਨਾਲ ਚੁੱਕੀ ਹੈ। ਇਸ ਦੇ ਨਾਲ ਹੀ ਤੁਸੀਂ ਉਜਾੜ ਵਿਚਲੇ 40 ਸਾਲ ਦਾ ਸਫ਼ਰ ਵੀ ਯਾਦ ਰੱਖਣਾ ਕਿ ਕਿਸ ਤਰ੍ਹਾਂ ਤੁਹਾਡੇ ਦਿਲਾਂ ਦੇ ਭੇਤ ਨੂੰ ਜਾਣਨ ਵਾਸਤੇ ਤੁਹਾਡੇ ਤੇ ਉਸਨੇ ਪਰਤਾਵੇ ਘੱਲੇ ਕਿ ਉਹ ਜਾਣੇ ਕਿ ਤੁਸੀਂ ਉਸਦੇ ਹੁਕਮਾਂ ਦੀ ਪਾਲਣਾ ਕਰਦੇ ਹੋ ਜਾਂ ਨਹੀਂ। ਉਸਨੇ ਦੀਨ ਕਰਨ ਦੇ ਵਾਸਤੇ ਤੁਹਾਡੇ ਤੇ ਭੋਜਨ ਸੰਕਟ ਆਉਣ ਦਿੱਤਾ, ਪਰ ਉਸਨੇ ਤੁਹਾਡੇ ਇਸ ਸੰਕਟ ਸਮੇਂ ਤੁਹਾਨੂੰ ਦੈਵੀ ਰੋਟੀ ਖਾਣ ਦੇ ਲਈ ਦਿੱਤੀ, ਜਿਸ ਬਾਰੇ ਨਾ ਤਾਂ ਤੁਸੀਂ ਜਾਣਦੇ ਸੋ ਤੇ ਨਾ ਤੁਹਾਡੇ ਪੁਰਖੇ। ਉਸਦੇ ਇਹ ਸਭ ਇਸ ਲਈ ਕੀਤਾ ਕਿ ਉਹ ਤੁਹਾਨੂੰ ਸਿਖਾਵੇ ਕਿ ਮਨੁੱਖ ਕੇਵਲ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਸਗੋਂ ਪ੍ਰਭੂ ਦੇ ਮੂੰਹ ਵਿੱਚੋਂ ਨਿਕਲਣ ਵਾਲੇ ਹਰ ਸ਼ਬਦ ਨਾਲ ਜਿਉਂਦਾ ਰਹੇਗਾ। ਇਹਨਾਂ 40 ਸਾਲਾਂ ਦੇ ਲੰਮੇ ਸਫ਼ਰ ਵਿੱਚ ਨਾ ਤੁਹਾਡੇ ਕੱਪੜੇ ਪਾਟੇ ਤੇ ਨਾ ਹੀ ਤੁਹਾਡੇ ਪੈਰ ਥਕੇਵੇਂ ਨਾਲ ਸੁੱਜੇ। ਆਪਣੇ ਦਿਲ ਵਿੱਚ ਇਹ ਗੱਲ ਚੰਗੀ ਤਰ੍ਹਾਂ ਨਾਲ ਧਾਰ ਰੱਖੋ ਕਿ ਜਿਸ ਤਰ੍ਹਾਂ ਇੱਕ ਪਿਤਾ ਆਪਣੇ ਪੁੱਤਰ ਦੇ ਭਲੇ ਲਈ ਉਸਨੂੰ ਝਾੜਦਾ ਝੰਮਦਾ ਹੈ, ਉਸੇ ਤਰ੍ਹਾਂ ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਡੇ ਨਾਲ ਕਰਦਾ ਹੈ। ਇਸ ਲਈ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰੋ ਤੇ ਉਸ ਤੋਂ ਡਰਦੇ ਹੋਏ ਉਸਦੇ ਰਾਹਾਂ ਤੇ ਚੱਲੋ। ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਨੂੰ ਇੱਕ ਉਪਜਾਊ ਧਰਤੀ ਤੇ ਲਿਆ ਰਿਹਾ ਹੈ, ਜਿੱਥੇ ਉੱਥੋਂ ਦੀਆਂ ਵਾਦੀਆਂ ਤੇ ਪਹਾੜਾਂ ਵਿੱਚ ਪਾਣੀਆਂ ਦੇ ਸੁੰਦਰ ਝਰਨੇ, ਚਸ਼ਮੇ, ਸੋਮੇ ਮਿਲਦੇ ਹਨ। ਅਰਥਾਤ ਉਹ ਧਰਤੀ ਜਿਸ ਤੇ ਬਹੁਤਾਤ ਮਾਤਰਾ ਵਿੱਚ ਕਣਕ, ਜੌਂ, ਅੰਗੂਰ, ਅੰਜੀਰ, ਅਨਾਰ, ਜੈਤੂਨ, ਸ਼ਹਿਦ ਆਦਿ ਪੈਦਾ ਹੁੰਦੇ ਹਨ। ਉਹ ਧਰਤੀ ਜਿੱਥੇ ਤੁਸੀਂ ਰੋਟੀ ਬਿਨਾਂ ਕਿਸੇ ਕਠਿਨਾਈ ਦੇ ਖਾ ਸਕੋਗੇ, ਅਰਥਾਤ ਉੱਥੇ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਥੋੜ ਨਹੀਂ ਹੋਵੇਗੀ। ਉਸ ਧਰਤੀ ਦੇ ਪੱਥਰ ਲੋਹਾ ਹਨ ਅਤੇ ਉੱਥੋਂ ਦੇ ਪਹਾੜਾਂ ਵਿੱਚੋਂ ਤਾਂਬੇ ਦੀ ਧਾਤ ਕੱਢੋਗੇ। ਸੋ ਤੁਸੀਂ ਉੱਥੇ ਰੱਜ ਕੇ ਖਾਵੋਗੇ ਤੇ ਪ੍ਰਭੂ ਆਪਣੇ ਪਰਮੇਸ਼ਰ ਨੂੰ ਤੁਹਾਨੂੰ ਸੁੰਦਰ ਉਪਜਾਊ ਧਰਤੀ ਦੇਣ ਦੇ ਲਈ ਧੰਨ ਧੰਨ ਆਖੋਗੇ। ਆਮੀਨ। ਹੁਣ ਆਓ ਅਸੀਂ ਇਸ ਨੂੰ ਦੇਖੀਏ ਮੱਤੀ ਦੇ ਵਿੱਚ ਜਾ ਕੇ ਕਿਹਨੇ ਇਸ ਸਾਰੇ ਹੁਕਮਾਂ ਨੂੰ ਰੱਖਿਆ। ਇਹਨਾਂ ਦਾ ਸਾਨੂੰ ਪਤਾ ਕਿ ਇਹਨਾਂ ਨੇ ਤੋੜ ਦਿੱਤੇ। ਕਿਉਂ? ਪ੍ਰਭੂ ਯਿਸੂ ਮਸੀਹ ਨੂੰ ਉਹ ਪਰਫੈਕਟ ਸੀ
क्यों उसने क्या पूरा होया। जिसले मेरी जान बचती है, जिसले मैं मुक्ति पाउंदा, मैं प्रभु यसू मसीह दे विच भरोसा करदा कि मैं तो कासे जोगा नहीं प्रभु, जे अज एक चंगी काम कर देना ते शाम ताईं 10 उदां दे होर उल्टे कर लेना। हुण मैं कल्ले अपने चंगे ते गिण नहीं सकदा, मैनू अपने अपने गलत भी गिणने पैने, मेरा बचाव कौन करेगा। संत पौल ने बड़ा बड़ा उसने एक ओदी ओदी कुरलाहट आ बेसिकली असीं जिहड़ी पढ़दे हैं, वो कहंदा कि जिहड़ा काम मैनू करना चाहिदा वो मैं करदा नहीं, और जिहड़ा नहीं करना चाहिदा वो मेरे तो हुंदा। मैं कितना बदनसीब इंसान, मेरा बचाव कौन करेगा। प्रभु यसू मसीह का शुक्र होवे जिसने मेरा बचाव किया है। सो प्रभु यसू मसीह ने बचा किस तरह किया। सो आओ हुण असीं मत्ती दे चौथे पाठ च अगर तुसीं जिहड़े बाइबल स्टडी करवाने हैं कि प्रभु यसू मसीह ने सारियां चीज़ां कित्थों कहियां, ये बेसिकली ये 6, 7, 8 जिहड़ा चैप्टर ना 3 ये बड़े मेन चैप्टर आ प्रभु यसू मसीह दे। जिस वेले भी वो फरीसियां दे नाल गल करदे सी, इन्हां विचों बहुत सारियां चीज़ां प्रभु यसू मसीह ने चुनियां, जिस लिए उन्होंने कहा कि किहड़ियां 2 वड्डियां आग्यावां, ते उसने प्रभु यसू मसीह ने कहा कि तू अपने प्रभु परमेश्वर को अपने सारे दिल, मन और अपने अपने सारी सोच के नाल तू उसनूं प्यार कर। ये सब तो वड्डी, और दूजी इसे तरह दी है कि तू अपने गुआंढी को अपने वर्गा प्यार। ये सारियां चीज़ां जिहड़ियां ना ये बेसिकली इत्थों इन्हां चों व्यवस्था सार तो प्रभु यसू मसीह उन्होंने दसदे सी, और व्यवस्था सार तो ही प्रभु यसू मसीह ने शैतान दे जिहड़े पैर सी वो कच्चे कीते सी। सो मत्ती दा चौथा सो असीं इस दियां पहलियां 11 आयतां पढ़ांगे, जिसमें पन्ना 5 नवीं विच। मैं पढ़ती हूँ पास्टर जी। Go ahead. ਪ੍ਰਭੂ ਯਿਸੂ ਦਾ ਪਰਤਾਇਆ ਜਾਣਾ। ਫਿਰ ਆਤਮਾ ਯਿਸੂ ਨੂੰ ਬਰਾਨੇ ਵਿੱਚ ਲੈ ਗਿਆ ਕਿ ਸ਼ੈਤਾਨ ਉਹਨਾਂ ਨੂੰ ਪਰਤਾਵੇ। 40 ਦਿਨ ਅਤੇ 40 ਰਾਤ ਵਰਤ ਰੱਖਣ ਦੇ ਪਿੱਛੋਂ ਉਹਨਾਂ ਨੂੰ ਭੁੱਖ ਲੱਗੀ। ਉਸ ਸਮੇਂ ਸ਼ੈਤਾਨ ਨੇ ਆ ਕੇ ਉਹਨਾਂ ਨੂੰ ਕਿਹਾ, ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਪੱਥਰਾਂ ਨੂੰ ਕਹਿ ਕੇ ਰੋਟੀਆਂ ਬਣ ਜਾਣ। ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਧਰਮ ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ, ਮਨੁੱਖ ਕੇਵਲ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਸਗੋਂ ਪਰਮੇਸ਼ਰ ਦੇ ਮੂੰਹ ਵਿੱਚੋਂ ਨਿਕਲਣ ਵਾਲੇ ਹਰ ਸ਼ਬਦ ਨਾਲ ਜਿਉਂਦਾ ਰਹੇਗਾ। ਫਿਰ ਜਦ ਸ਼ੈਤਾਨ ਯਿਸੂ ਨੂੰ ਪਵਿੱਤਰ ਸ਼ਹਿਰ ਯਰੂਸ਼ਲਮ ਵਿੱਚ ਲੈ ਗਿਆ, ਉੱਥੇ ਉਸਨੇ ਯਿਸੂ ਨੂੰ ਮੰਦਿਰ ਦੇ ਸਭ ਤੋਂ ਉੱਚੇ ਮਨਾਰੇ ਉੱਤੇ ਖੜਾ ਕਰ ਦਿੱਤਾ ਅਤੇ ਕਿਹਾ, ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਇੱਥੋਂ ਥੱਲੇ ਡੇਗ ਦੇ। ਧਰਮ ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਪਰਮੇਸ਼ਰ ਆਪਣੇ ਦੂਤਾਂ ਨੂੰ ਤੇਰੇ ਬਾਰੇ ਆਗਿਆ ਦੇਵੇਗਾ, ਉਹ ਤੈਨੂੰ ਆਪਣੀਆਂ ਹੱਥਾਂ ਉੱਤੇ ਚੁੱਕ ਲੈਣਗੇ ਕਿ ਤੇਰੇ ਪੈਰਾਂ ਨੂੰ ਸੱਟ ਤੱਕ ਵੀ ਨਾ ਲੱਗੇ। ਯਿਸੂ ਨੇ ਉੱਤਰ ਦਿੱਤਾ, ਧਰਮ ਗ੍ਰੰਥ ਵਿੱਚ ਇਹ ਵੀ ਲਿਖਿਆ ਹੋਇਆ ਹੈ, ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਨਾ ਪਰਖਣਾ। ਫਿਰ ਸ਼ੈਤਾਨ ਯਿਸੂ ਨੂੰ ਇੱਕ ਬਹੁਤ ਉੱਚੇ ਪਹਾੜ ਉੱਤੇ ਲੈ ਗਿਆ। ਉੱਥੇ ਉਸਨੇ ਯਿਸੂ ਨੂੰ ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਹਨਾਂ ਦੀ ਸ਼ਾਨ ਦਿਖਾਈ। ਸ਼ੈਤਾਨ ਨੇ ਕਿਹਾ, ਇਹ ਸਭ ਕੁਝ ਮੈਂ ਤੈਨੂੰ ਦੇ ਦੇਵਾਂਗਾ ਜੇਕਰ ਤੂੰ ਨਿਉ ਕੇ ਮੈਨੂੰ ਪ੍ਰਣਾਮ ਕਰੇ। ਪਰ ਯਿਸੂ ਨੇ ਸ਼ੈਤਾਨ ਨੂੰ ਉੱਤਰ ਦਿੱਤਾ, ਮੇਰੇ ਕੋਲੋਂ ਦੂਰ ਹੋ ਜਾ ਸ਼ੈਤਾਨ, ਕਿਉਂਕਿ ਧਰਮ ਗ੍ਰੰਥ ਦਾ ਇਹ ਵਾਕ ਹੈ, ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਹੀ ਪ੍ਰਣਾਮ ਕਰ ਅਤੇ ਕੇਵਲ ਉਸੇ ਦੀ ਹੀ ਭਗਤੀ ਕਰ। ਇਸ ਦੇ ਪਿੱਛੋਂ ਸ਼ੈਤਾਨ ਉਹਨਾਂ ਕੋਲੋਂ ਚਲਾ ਗਿਆ। ਫਿਰ ਉੱਥੇ ਸਵਰਗਦੂਤ ਆ ਗਏ ਜਿਨ੍ਹਾਂ ਯਿਸੂ ਦੀ ਸੇਵਾ ਕੀਤੀ। ਆਮੀਨ। ਸੋ ਹੁਣ ਅਸੀਂ 6, 7, 8 ਜਿਹੜਾ ਚੈਪਟਰ 3 ਪੜ੍ਹਿਆ, ਤੇ ਇੱਕ ਜਿਹੜਾ ਮੂਸਾ ਦਾ ਭਜਨ ਆ 91, ਉਹ ਵੀ 91 ਜ਼ਬੂਰ ਵੀ ਮੂਸਾ ਦਾ ਹੀ ਆ। ਸੋ ਜਿੰਨੇ ਵੀ ਜਵਾਬ ਪ੍ਰਭੂ ਯਿਸੂ ਮਸੀਹ ਨੇ ਦਿੱਤੇ ਆ ਉਹ ਬੇਸਿਕਲੀ ਤੁਰੇਤ ਦੇ ਵਿੱਚੋਂ ਦਿੱਤੇ, ਜਿਹੜੀਆਂ ਪਹਿਲੀਆਂ 5 ਕਿਤਾਬਾਂ ਉਹਨਾਂ ਦੇ ਵਿੱਚੋਂ ਦਿੱਤੇ। ਇੱਕ ਅਸੀਂ ਹੁਣ 8ਵਾਂ ਪੜ੍ਹ ਕੇ ਹੁਣੇ ਹਟੇ, 8ਵੇਂ ਭਾਗ ਦੀ 3 ਆਇਤ ਨੂੰ। ਅਗਰ ਇੱਥੇ ਤੁਸੀਂ ਆਪਣਾ ਹੱਥ ਰੱਖਿਓ, ਲੇਕਿਨ 8ਵੇਂ ਭਾਗ ਦੀ 3 ਆਇਤ ਨੂੰ ਜਿਸ ਲਈ ਅਸੀਂ ਦੇਖਦੇ ਹਾਂ, ਤੇ ਉੱਥੇ ਜਿਸ ਲਈ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਪਈਆਂ, ਤਾਂ ਪ੍ਰਭੂ ਨੇ ਉਹਨਾਂ ਨੂੰ ਕਿਹਾ ਕਿ 40 ਸਾਲ ਦਾ ਮੈਂ ਤੁਹਾਨੂੰ ਜਿਹੜਾ ਸਫ਼ਰ ਦੇ ਵਿੱਚ ਮੈਂ ਤੁਹਾਨੂੰ ਲੈ ਕੇ ਗਿਆ ਸੀਗਾ, ਔਰ 40 ਸਾਲ ਦੇ ਵਿੱਚ
ਤੁਸੀਂ ਜਿਹੜੇ ਤੁਹਾਡੇ ਤੇ मैं भोजन का काल आ लैन दिता और फिर मैं तुहानू स्वर्ग तो मन्ना दिता जिस दे बारे ना तुसी जानदे सी ते ना तुहाडे पुरखे जानदे सी। क्यों? क्योंकि प्रभु उन्होंने मजबूत कर रहा, प्रभु उन्हों का ध्यान इन्हां चीज़ों तो हटा के अपने वाल नूं कर रहा। और ये हमेशा इसे तरह हुंदा कि ध्यान तां प्रभु दे वाल जांदा जिस वेले उस चीज का साडी जिंदगी दे विच काल पए। शांति उही बंदा लभदा जिहड़ा जिहदा मन अशांत है, जिस दे हर चारे पासे चीज़ां पईयां, उहनूं कुछ नहीं पाउंदा, उहनूं खाना भी जिहड़ा हैगा उहदे लई निगलना औखा, तरह तरह के खाने पए आ लेकिन वो बुरकी नहीं बन सकता। और इसे करके हुण सानूं हुण पता देखो लगन लगा जिहड़ियां चीज़ां असीं पिछे नहीं देखियां कि वो अगर शैतान उन्होंने कहता कि इन्हां पत्थरां नूं कहो रोटी बन जाण ते तुहाडे लई रोटी बन जाणगे, उन्हां दे विचों किन्ने जाणे उठ के कहंदे कि रोटी बन जाए, पत्थर रोटी बन जाए। मैं तो कहना मूसा समेत सारे कहंदे। लेकिन ये जिहड़ा जिन्ना भी व्यवस्था दिती गई है पूरी किहने कीती सी? जिन्नी व्यवस्था दिती गई है पूरी किहने कीती? पूरी प्रभु यसु मसीह ने की है। किद्दां पूरी की है कि 40 दिन उन्होंने कुछ नहीं खाता, कुछ नहीं पीता। 40 दिनों तो बाद प्रभु यसु मसीह को भुख लगी और शैतान उन्होंने कोल आया और कह रहा कि इन्हां पत्थरां नूं कह के रोटी बन जा। और जिन्हें 5 रोटियां 2 मच्छियां दे नाल सारी 5000 नूं रजाता तो वो पत्थरां नूं नहीं कह सकता। जिन्हें कह के उन्होंने पत्थरां नूं बनाया तो कि उन्होंने पत्थरां की नेचर नहीं बदल सकता? बदल सकता। लेकिन उसने क्या कहना है? प्रभु यसु मसीह ने इत्थे ये जिन्नियां भी आ चीज़ां लईयां हैगियां एक कॉमन इंसान बन के लिया। प्रभु यसु मसीह ने इत्थे अपनी कोई स्पैशल ताकत नहीं वरती। इत्थे वो पूर्ण मनुख और पूर्ण मनुख हुंदियां होया ये व्यवस्था पूरी की जा रही है। सो उसने क्या कि तू इन्हां पत्थरां नूं कह रोटी बन जाण। प्रभु यसु मसीह ने उसने जवाब दिता। कित्थों जवाब दिता? 8वें भाग की 3री आयत। प्रभु ने की किया? कहते मनुख केवल रोटी दे नाल जींदा नहीं रहेगा सगों परमेश्वर दे मुंह विचों निकलण वाले हर शब्द दे नाल जींदा रहेगा। क्यों? क्योंकि शब्द जिहड़ा हैगा ना जिसले असीं कहने हैं कि शब्द वो साह नूं किया जाता। साह तो शब्द पैदा होता, साह तो सानू जीवन मिलिया सी, नहीं तो मिट्टी सी। और इस करके उसने कहा कि जिहड़ा जीवन आ वो प्रभु दे शब्द दे विच। इस करके प्रभु ने कहा सी कि तू कोई कड़ी हुई मूर्त ते कोई किसी तरह की सूरत ते कोई जानवर ते कोई चंद ते कोई तारे इन्हां वालों मुंह करके तू कदी भी प्रस्तश ना करें इन्हां दे। बल्कि जब तू जाए तो तू बंद कमरे च जा, उत्थे एकांत दे विच जिथे तेरा परमेश्वर वो तेरे नजदीक आया। ये है प्रभु दे शब्द। इस करके जिसले ये चीज मैनू समझ आ गई इसलिए मैं प्रभु का शब्द जड़ा इसे करके अपने भैणा भरावां नूं मैं वध तो वध प्रभु का शब्द दिंदा है। वध तो वध असीं शब्द पढ़ते हैं प्रभु का। इहो ही कारण इट इज मोर इंपोर्टेंट जड़ा मेरी जिहड़ी व्याख्या है ना उहदे नालों प्रभु का शब्द ज्यादा इंपोर्टेंट है। क्योंकि ये
ਥੱਲੇ ਬੈਠਾ ਕੋਈ ਬੰਦਾ ਨਹੀਂ ਲਿਖਦਾ ਪਿਆ ਤੇ ਤਾਂ ਨੂੰ ਗੱਲਾਂ ਕਰਦਾ ਪਿਆ, ਇਹ ਉੱਪਰੋਂ ਥੱਲੇ ਨੂੰ ਮਿਲਦਾ ਪਿਆ। ਔਰ ਇਹ ਮੇਰੀ ਰੋਜ਼ਮਰਾ ਦੀ ਜ਼ਿੰਦਗੀ ਦੇ ਨਾਲ, ਮੇਰੀ ਯਾਤਰਾ ਦੇ ਨਾਲ, ਜੋ ਪ੍ਰਭੂ ਦੇ ਨਾਲ ਚੱਲਦੀ ਪਈ ਹੈ। ਸੋ ਪਹਿਲੀ ਚੀਜ਼ ਜਿਹੜੀ ਪ੍ਰਭੂ ਨੇ ਉਸਨੂੰ ਕਹੀ ਹੈਗੀ ਆ, ਉਹ ਕਹੀ ਹੈਗੀ ਆ ਵਿਵਸਥਾ ਸਾਰ ਦੇ 8ਵਾਂ ਭਾਵ, ਉਸ ਦੀ ਤੀਸਰੀ ਆਇਤ ਜਿਹੜੀ ਅਸੀਂ ਦੇਖ ਕੇ ਆਏ। ਕਿਉਂਕਿ 91 ਜ਼ਬੂਰ ਤਾਂ ਬੇਸਿਕਲੀ 90-91 ਜ਼ਬੂਰ ਤੋਂ ਐਵਰੀਡੇ ਗਾਉਂਦੇ ਆ ਉਹ ਲੋਕ। ਇਹ 40 ਸਾਲ ਦੇ ਵਿੱਚ ਜਿਹੜਾ 90 ਤੇ 91 ਜ਼ਬੂਰ ਉਹ ਐਵਰੀਡੇ ਗਾਉਂਦੇ। ਇਹ ਉਹਨਾਂ ਦੇ ਮੂੰਹ ਤੇ ਚੜੇ ਹੋ ਜ਼ਬੂਰ। ਸੋ ਉਸ ਤੋਂ ਬਾਅਦ ਉਸਨੇ ਕਿਹਾ, ਉਸਨੇ ਜਾਨ ਨਹੀਂ ਪ੍ਰਭੂ ਦੀ ਛੱਡੀ, ਉਸਨੇ ਕਿਹਾ ਕਿ ਉਸਨੂੰ ਪਵਿੱਤਰ ਸ਼ਹਿਰ ਜਰੂਸਲਮ ਦੇ ਵਿੱਚ ਲੈ ਗਿਆ ਤੇ ਯਿਸੂ ਨੂੰ ਮੰਦਿਰ ਦੇ ਸਭ ਤੋਂ ਉੱਚੇ ਮੁਨਾਰੇ ਤੇ ਖੜਾ ਕਰਕੇ ਬੋਲਿਆ, ਜੇਕਰ ਤੂੰ ਪਰਮੇਸ਼ਵਰ ਦਾ ਪੁੱਤਰ ਹੈ। ਹੁਣ ਦੇਖੋ ਉਸਨੇ ਕਿੱਥੇ ਸੱਟ ਮਾਰੀ। ਜੇ ਤੂੰ ਪਰਮੇਸ਼ਵਰ ਦਾ ਪੁੱਤਰ ਫਿਰ ਮੈਨੂੰ ਕੁਝ ਕਰਕੇ ਦਿਖਾ, ਫਿਰ ਮੈਂ ਮੰਨੂਗਾ। ਪ੍ਰਾਈਡ ਤੇ ਜੇ ਤੂੰ ਸੱਚਮੁੱਚ ਪਰਮੇਸ਼ਵਰ ਦਾ ਪੁੱਤਰ ਆ ਤੇ ਫਿਰ ਤੂੰ ਇੱਥੋਂ ਛਾਲ ਮਾਰ ਦੇ। ਕਿਉਂ? ਕਿਉਂਕਿ ਉਹ 40 ਸਾਲ ਇਹੋ ਹੀ ਗਾਉਂਦੇ ਰਹੇ। ਸੋ ਅਗਰ ਅਸੀਂ ਮੇਰੇ ਨਾਲ ਜ਼ਬੂਰ ਦੇ ਵਿੱਚ ਆ ਜਾਓ, 91 ਜ਼ਬੂਰ ਉਸ ਦੀ 11-12 ਆਇਤ ਦੇਖਦੇ ਜਿਸ ਨੂੰ ਮਿਲ ਜਾਏ। 91 ਉਸ ਦੀ 11 ਇਸ ਤਰ੍ਹਾਂ ਲਿਖਿਆ, ਕਹਿੰਦਾ ਪ੍ਰਭੂ, ਮੈਂ 9ਵੀਂ ਆਇਤ ਪੜ੍ਹ, ਕਿਉਂਕਿ ਤੂੰ ਪ੍ਰਭੂ ਨੂੰ ਆਪਣੀ ਸ਼ਰਨ ਦੀ ਥਾਂ ਤੇ ਪਰਮ ਪ੍ਰਧਾਨ ਨੂੰ ਆਪਣੇ ਰਾਹ ਦੇ ਰਹਿਣ ਦੀ ਥਾਂ ਮੰਨ ਲਿਆ ਹੈ। ਇਸ ਲਈ ਕੋਈ ਬੁਰਾਈ ਤੇਰੇ ਤੇ ਨਹੀਂ ਆਵੇਗੀ ਤੇ ਨਾ ਹੀ ਕੋਈ ਮਰੀ ਤੇਰੇ ਰਹਿਣ ਦੀ ਥਾਂ ਤੇ ਆਵੇਗੀ। ਬੇਸਿਕਲੀ ਉਹ ਸਾਰਾ ਜਿਹੜਾ ਜ਼ਬੂਰ ਉਹ ਕਹਿ ਰਿਹਾ, ਪੂਰੇ ਦਾ ਪੂਰਾ ਜ਼ਬੂਰ। ਜਿਸ ਵੇਲੇ ਵੀ ਇੱਕ ਆਇਤ ਕਿਸੇ ਚੀਜ਼ ਦੀ ਆਉਂਦੀ ਹੈ ਤੇ ਇਸ ਦਾ ਮਤਲਬ ਇਹ ਹੁੰਦਾ ਕਿ ਉਹ ਸਾਰੀ ਚੀਜ਼ ਉਹ ਕੋਟ ਕਰਦਾ ਪਿਆ। ਔਰ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਜਵਾਬ ਦੇ ਰਿਹਾ ਤੇ ਉਹ ਵੀ ਪੂਰਾ ਚੈਪਟਰ ਦੇ ਰਿਹਾ, ਲੇਕਿਨ ਉਹਦੇ ਵਿੱਚੋਂ ਇੱਕ ਚੀਜ਼ ਉਹਨੇ ਦੱਸੀ ਹੈ। ਪ੍ਰਭੂ ਨੇ ਉਸ ਨੂੰ ਪੂਰੇ ਦਾ ਪੂਰਾ 8ਵਾਂ ਚੈਪਟਰ ਕੋਟ ਕੀਤਾ ਉੱਥੇ, ਪਰ ਆਇਤ ਇੱਕੋ ਹੀ ਬੋਲੀ। ਸੋ ਹੁਣ ਉਸਨੇ ਕੀ ਕਿਹਾ? ਕਹਿੰਦਾ ਪ੍ਰਭੂ ਆਪਣੇ ਸਵਰਗਦੂਤਾਂ ਨੂੰ ਆਗਿਆ ਦੇਵੇਗਾ, ਉਹ ਤੇਰੇ ਸਭ ਰਾਹਾਂ ਦੀ ਰੱਖਿਆ ਕਰਨਗੇ, ਉਹ ਤੈਨੂੰ ਹੱਥਾਂ ਤੇ ਚੁੱਕ ਲੈਣਗੇ ਤੇ ਤੇਰੇ ਪੈਰਾਂ ਨੂੰ ਪੱਥਰ ਦਾ ਸੱਟ ਨਾ ਲੱਗੇ। ਔਰ ਇਹ ਜ਼ਬੂਰ ਬੇਸਿਕਲੀ ਗਾਉਂਦੇ ਮੂਸਾ ਦਾ ਜ਼ਬੂਰ 91 ਤੋਂ ਲੈ ਕੇ 106 ਤੱਕ ਜਿਹੜੇ ਬੇਸਿਕ ਜ਼ਬੂਰ, ਇਹਨਾਂ ਵਿੱਚੋਂ ਜ਼ਿਆਦਾ ਜਿਹੜੇ ਜ਼ਬੂਰ ਆ ਮੂਸਾ ਦੇ ਜ਼ਬੂਰ ਜਿਹੜੇ ਉਹ ਗਾਉਂਦੇ। ਸੋ ਉਸਨੇ ਉਸ ਨੂੰ ਵਰਤਿਆ। ਹੁਣ ਇਸ ਲਈ ਅਗਲੀ ਆਇਤ ਕਹਿੰਦਾ, ਯਿਸੂ ਨੇ ਉੱਤਰ ਦਿੱਤਾ, ਇਹ ਵੀ ਲਿਖਿਆ ਹੈ ਕਿ ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਨਾ ਪਰਖਣਾ। ਔਰ ਇਹ ਉਹਨਾਂ ਨੇ ਯੂਜ਼ ਕੀਤਾ ਵਿਵਸਥਾ ਸਾਰ ਦਾ 6ਵਾਂ ਭਾਵ। ਅੱਜ ਅਸੀਂ 6, 7, 8 ਚੈਪਟਰ ਪੜ੍ਹਦੇ ਪਏ ਹਾਂ। ਇੱਥੋਂ ਸਾਰੇ ਦਾ ਸਾਰਾ ਜਿਹੜਾ ਪ੍ਰਭੂ ਯਿਸੂ ਮਸੀਹ ਨੇ ਸ਼ੈਤਾਨ ਨੂੰ ਜਿਹੜੇ ਜਵਾਬ ਦਿੱਤੇ ਆ, ਇੱਥੋਂ ਦਿੱਤੇ। ਔਰ ਪੂਰਾ ਦਾ ਪੂਰਾ ਪ੍ਰਭੂ ਨੇ ਉੱਥੇ 6ਵਾਂ ਚੈਪਟਰ, ਪ੍ਰਭੂ ਨੇ ਕਿਹਾ ਕਿ ਮੈਨੂੰ ਤੁਸੀਂ ਪਰਖਣਾ ਨਾ ਜਿਸ ਲਈ ਤੁਸੀਂ ਵਾਅਦੇ ਦੀ ਧਰਤੀ ਤੇ ਜਾਓ। ਔਰ ਉਸਨੇ ਕਿਹਾ ਕਿ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਖਣਾ। ਫਿਰ ਸ਼ੈਤਾਨ ਉੱਚੇ ਪਹਾੜ ਤੇ ਲੈ ਗਿਆ ਅਤੇ ਉਸਨੇ ਯਿਸੂ ਨੂੰ ਕਿਹਾ ਕਿ ਸਾਰੇ ਸੰਸਾਰ ਦੀਆਂ ਪਾਤਸ਼ਾਹੀਆਂ ਦਿਖਾਈਆਂ ਔਰ ਕਿਹਾ ਤੂੰ ਮੇਰੇ ਮੂਹਰੇ ਚੁੱਕ ਜਾ, ਮੈਂ ਤੈਨੂੰ ਸਭ ਕੁਝ ਦੇ ਦੂੰ। ਤੇਰਿਆਂ ਲੋਕਾਂ ਨੂੰ ਤਾਂ ਇਜ਼ਰਾਈਲ ਮਿਲਿਆ ਨਾ ਥੋੜਾ ਜਿਹਾ, ਮੈਂ ਤੈਨੂੰ ਸਭ ਕੁਝ ਦੇ ਦੂੰ। ਸਾਰੀ ਧਰਤੀ ਤੇ ਜਿੰਨੀਆਂ ਪਾਤਸ਼ਾਹੀਆਂ ਸਾਰੀਆਂ ਦੇ ਦੂੰ। ਬਿਲਕੁਲ ਉਹੀ ਚੀਜ਼ ਕਹਿ ਰਿਹਾ ਜੋ ਇੱਥੇ ਹੋ ਰਹੀ ਹੈ। ਅਗਰ ਧਿਆਨ ਦੇਈਏ ਤਾਂ ਮੈਂ ਤੈਨੂੰ ਵਾਅਦਾ ਕਰਦਾ, ਮੈਂ ਸਾਰੀਆਂ ਧਰਤੀ ਤੇ ਜਿੰਨੀਆਂ ਪਾਤਸ਼ਾਹੀਆਂ ਸਭ ਮੈਂ ਤੇਰੇ ਪੈਰਾਂ ਥੱਲੇ ਕਰ ਦੂੰ। ਪ੍ਰਭੂ ਯਿਸੂ ਮਸੀਹ ਨੇ ਇਹ ਜਿਹੜਾ ਜਵਾਬ ਦਿੱਤਾ, ਇਹ ਵੀ ਵਿਵਸਥਾ ਸਾਰ ਦੇ 6ਵੇਂ ਭਾਵ ਤੋਂ ਦਿੱਤਾ, ਜਿਹੜਾ ਅਸੀਂ ਅੱਜ ਪੜ੍ਹ ਗਿਆ। ਇਸ ਕਰਕੇ ਮੈਂ ਤੁਹਾਨੂੰ ਕਿਹਾ ਸੀ ਕਿ ਜਿਹੜਾ ਅੱਜ ਅਸੀਂ ਹਿੱਸਾ ਪੜ੍ਹਨਾ, ਇਹ ਬਹੁਤ ਬਰਕਤ ਵਾਲਾ ਹਿੱਸਾ। ਔਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਸ਼ੈਤਾਨ ਨੂੰ ਕੀ ਉੱਤਰ ਦਿੱਤਾ? ਮੇਰੇ ਕੋਲੋਂ ਦੂਰ ਹੋ ਜਾ ਸ਼ੈਤਾਨ, ਕਿਉਂਕਿ ਧਰਮ ਗ੍ਰੰਥ ਦਾ ਇਹ ਵਾਕ ਹੈ
ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਹੀ ਪ੍ਰਣਾਮ ਕਰ, ਕੇਵਲ ਉਸੇ ਦੀ ਹੀ ਤੂੰ ਭਗਤੀ ਕਰ। ਔਰ ਜਿਸ ਤਰ੍ਹਾਂ ਅਸੀਂ 6ਵੇਂ ਪਾਠ ਦੀ 16ਵੀਂ ਆਇਤ ਨੂੰ ਦੇਖਦੇ ਹਾਂ ਤੇ ਉੱਥੇ ਪ੍ਰਭੂ ਨੇ ਉਹਨਾਂ ਨੂੰ ਕਿਹਾ, ਅਸੀਂ ਵਿਵਸਥਾ ਸਾਰ ਦੇ ਵਿੱਚ ਵਾਪਸ ਆ ਜਾਈਏ, ਕਹਿੰਦਾ ਤੂੰ ਆਪਣੇ 16 ਤੂੰ ਆਪਣੇ ਪਰਮੇਸ਼ਰ ਨੂੰ ਨਾ ਪਰਖਣਾ ਜਿਸ ਤਰ੍ਹਾਂ ਤੁਸੀਂ ਮਸਾਹ ਦੀ ਥਾਂ ਤੇ ਪਰਖਿਆ ਸੀ, ਸਗੋਂ ਤੁਸੀਂ ਉਸਦੇ ਹੁਕਮ ਅਤੇ ਉਸਦੀਆਂ ਸਿੱਖਿਆਵਾਂ ਤੇ ਨਿਯਮਾਂ ਨੂੰ ਜਿਹੜੇ ਮੈਂ ਤੁਹਾਨੂੰ ਦੇ ਰਿਹਾ ਹਾਂ ਦਾ ਹੁਕਮ ਦਿੱਤਾ ਹੈ ਦੀ ਪਾਲਣਾ ਕਰਨਾ, ਔਰ ਤੁਸੀਂ ਉਹ ਸਭ ਹੀ ਕਰਨਾ, ਉਸ ਤੋਂ ਪਾਰ ਨਹੀਂ ਜਾਣਾ। ਸਿਰਫ ਪ੍ਰਭੂ ਪਰਮੇਸ਼ਰ ਨੇ ਜੋ ਕੁਛ ਤੁਹਾਨੂੰ ਸਾਨੂੰ ਦਿੱਤਾ ਉਸ ਦੇ ਵਿੱਚ ਖੁਸ਼ ਰਹਿਣਾ। ਪ੍ਰਭੂ ਤੇਰਾ ਸ਼ੁਕਰ ਹੈ, ਤੇਰੀ ਬੜੀ ਵੱਡੀ ਦਇਆ ਸਾਡੇ ਤੇ ਜੋ ਕੁਛ ਤੂੰ ਸਾਨੂੰ ਦਿੱਤਾ। ਠੀਕ, ਸੋ ਇਹ ਚੀਜ਼ਾਂ ਜਿਹੜੀਆਂ ਅਸੀਂ ਦੇਖ ਕੇ ਹਟੇ ਹਾਂ, ਅਸੀਂ ਹੁਣ ਬਾਕੀ ਕੱਲ ਨੂੰ ਦੇਖਾਂਗੇ 11 ਆਇਤ ਤੋਂ ਲੈ ਕੇ ਅਸੀਂ ਹੁਣ ਕੱਲ ਨੂੰ ਦੇਖਾਂਗੇ ਕਿ ਅੱਗੇ ਪ੍ਰਭੂ ਨੇ ਕਿਹੜੀਆਂ ਚੀਜ਼ਾਂ ਸਾਨੂੰ ਦਿੱਤੀਆਂ। ਬਹੁਤ ਬਰਕਤ ਵਾਲੇ ਚੈਪਟਰ ਹੈ ਸਾਰੇ ਚੈਪਟਰ ਜਿਹੜੇ ਅਸੀਂ ਦੇਖਣੇ ਆ, ਬਹੁਤ ਬਰਕਤ ਆ। ਲੋਕ ਵਿਵਸਥਾ ਸਾਰ ਨੂੰ ਛੱਡ ਜਾਂਦੇ, ਕਹਿੰਦੇ ਅਸੀਂ ਇਹ ਕੁਛ ਨਹੀਂ, ਇਹ ਰੈਪੂਟੇਸ਼ਨ, ਇਹ ਕੂਚ ਤੋਂ ਲੈ ਕੇ ਜਿਹੜਾ ਅਸੀਂ ਗਿਣਤੀ ਤੱਕ ਪੜ੍ਹ ਲਿਆ ਉਹ ਠੀਕ ਆ, ਇਹ ਬਾਕੀ ਦੀ ਰੈਪੂਟੇਸ਼ਨ ਉਸ ਨਾਲ ਬਹੁਤ ਫਰਕ ਹੈ। ਇਸ ਪੁਸਤਕ ਦੇ ਵਿੱਚ ਇਸ ਸਾਰ ਦੇ ਵਿੱਚ ਸੱਚਮੁੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਪਿੱਛੇ ਨਹੀਂ ਮਿਲਦੀਆਂ। ਹਾਂ ਹੈਗੀ ਆਰ ਵੀ ਰੀਡਿੰਗ ਸਮ, ਅੱਜ ਦਾ ਅਸੀਂ ਪੜ੍ਹਦੇ ਪਏ ਹਾਂ ਰੈਪੂਟੇਸ਼ਨ, ਜਾਂ ਅਸੀਂ ਪੜ੍ਹਦੇ ਪਏ ਹਾਂ, ਲੇਕਿਨ ਰੈਪੂਟੇਸ਼ਨ ਉਹਦੇ ਦੇ ਵਿੱਚ ਜਿਹੜੀਆਂ ਚੀਜ਼ਾਂ ਛੁਪੀਆਂ ਆ ਉਹ ਬਰਕਤ ਆ। ਪਿਆਰੇ ਪ੍ਰਭੂ ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਇਹ ਸੱਚਮੁੱਚ ਖੁਦਾਵੰਦ ਤੂੰ ਮੰਨਣਾ ਸਾਡੇ ਹੱਥਾਂ ਦੇ ਵਿੱਚ ਦਿੱਤਾ ਹੈ, ਜਿਸ ਤੋਂ ਖਾ ਕੇ ਖੁਦਾਵੰਦ ਅਸੀਂ ਤੇਰੀਆਂ ਬਰਕਤਾਂ ਨੂੰ ਪ੍ਰਾਪਤ ਕਰਦੇ ਹਾਂ। ਤੇਰੀ ਸ਼ਾਂਤੀ, ਤੇਰਾ ਆਰਾਮ ਪ੍ਰਭੂ ਜੀ, ਤੇਰੀ ਤਾਕਤ, ਤੇਰੀ ਜਿੱਤ ਇਹਨਾਂ ਸ਼ਬਦਾਂ ਦੇ ਵਿੱਚ ਛੁਪੀ ਹੋਈ, ਕਿਉਂਕਿ ਤੇਰਾ ਸ਼ਬਦ ਹੀ ਜ਼ਿੰਦਗੀ ਆ, ਔਰ ਜ਼ਿੰਦਗੀ ਤੇਰਾ ਸ਼ਬਦ। ਧੰਨ ਉਹ ਮਨੁੱਖ ਜਿਸਨੇ ਆਪਣੀ ਜ਼ਿੰਦਗੀ ਨੂੰ ਤੇਰਾ ਸ਼ਬਦ ਬਣਾ ਦਿਆ, ਕਿਉਂਕਿ ਬਰਕਤ, ਤੇਰਾ ਰਹਿਮ, ਔਰ ਸਭ ਤੋਂ ਜ਼ਿਆਦਾ ਪ੍ਰਭੂ ਜੀ ਤੇਰੀ ਪ੍ਰੈਜ਼ੈਂਸ, ਤੇਰੀ ਆਪਣੀ ਹੋਂਦ ਉਸ ਇਨਸਾਨ ਦੇ ਲਾਗੇ। ਜਦ ਤੱਕ ਅਸੀਂ ਦੁਆਰਾ ਮਿਲੀਏ ਪ੍ਰਭੂ ਜੀ, ਤੇਰੀ ਰਹਿਮ, ਤੇਰੀ ਕੁਦਰਤ, ਤੇਰਾ ਪਿਆਰ, ਤੇਰੀ ਸ਼ਾਂਤੀ ਸਾਡੇ ਸਭ ਦੇ ਨਾਲ ਬਣੀ ਰਹੇ। ਬੜੀ ਔਰ ਬੁਰਾਈ ਤੋਂ ਬਚਾ ਕੇ ਰੱਖੀ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖੀ, ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਚ ਸਾਰੇ ਭੈਣ ਭਰਾ। ਬਲੈਸ ਯੂ, ਖੁਦਾਵੰਦ ਤੁਹਾਨੂੰ ਬਰਕਤ ਦੇ, ਤੁਹਾਡੇ ਸਾਰਿਆਂ ਦੀ ਬਣਿਆ ਰਹੇ।